लारे लप्पे दूर करो, लारे लप्पे दूर करो। We want, we want, we want। रोजगार सबदा हक है, रोजगार सबदा हक है, रोजगार सबदा हक है। लारे लप्पे दूर करो, लारे लप्पे दूर करो। 1157 AP फ्रंट जिंदाबाद, साडा फ्रंट जिंदाबाद। साडी भर्ती पूरी करो, साडियां मंगां पूरियां करो। साडा फ्रंट जिंदाबाद, सिक्ख्या मंत्री बाहर आओ, भर्ती दा कम सिरे चढ़ाओ। सिक्ख्या मंत्री बाहर आओ, भर्ती दा कम सिरे चढ़ाओ। मुट्ठी बनया 50, मुट्ठी बनया 50। We want, we want। लारे लप्पे दूर करो, साडा हक, साडा हक। ਅਸੀਂ 1158 ਸਾਹਿਬ ਪ੍ਰੋਫੈਸਰ ਫਰੰਟ ਪੰਜਾਬ ਬਣੀਓ ਅੱਜ ਇੱਥੇ ਸਿੱਖਿਆ ਮੰਤਰੀ ਭਗਤ ਸਿੰਘ ਜੀ ਦੀ ਕੋਠੀ ਹੈ ਜਿਹੜੀ ਉਹਦੇ ਸਾਹਮਣੇ ਰੋਸ ਪ੍ਰਦਰਸ਼ਨ ਦੇ ਲਈ ਆਏ ਆ। ਸਾਡੀ ਇਹ ਜਿਹੜੀ ਭਰਤੀ ਆ ਪੂਰੇ 25 ਸਾਲਾਂ ਬਾਅਦ ਪੰਜਾਬ ਦੇ ਕਾਲਜਾਂ ਵਿੱਚ ਪਹਿਲੀ ਵਾਰ ਭਰਤੀ ਹੋਣ ਲੱਗੀ ਸੀ। ਇਸ ਸਮੇਂ ਜੋ ਸਰਕਾਰੀ ਕਾਲਜਾਂ ਦੀ ਹਾਲਤ ਹੈ ਕਿ ਉੱਥੇ 2000 ਦੇ ਲਗਭਗ ਜਿਹੜੀਆਂ ਸੈਕਸ਼ਨਡ ਪੋਸਟਾਂ ਨੇ ਤੇ ਸਿਰਫ 300 ਦੇ ਕਰੀਬ ਜਿਹੜੇ ਰੈਗੂਲਰ ਪ੍ਰੋਫੈਸਰ ਉਹਨਾਂ ਤੇ ਕੰਮ ਕਰ ਰਹੇ ਨੇ, ਜਿਨ੍ਹਾਂ ਚੋਂ ਵੱਡਾ ਹਿੱਸਾ ਜਿਹੜਾ 2023-24 ਤੱਕ ਰਿਟਾਇਰ ਹੋਣ ਜਾ ਰਿਹਾ, ਜਿਹਦਾ ਮਤਲਬ ਇਸ ਭਰਤੀ ਨਾਲ ਪੰਜਾਬ ਦੀ ਉਚੇਰੀ ਸਿੱਖਿਆ ਦਾ ਜੋ ਜਨਤਕ ਖੇਤਰ ਜੋ ਪੰਜਾਬ ਦੇ ਪੂਰੇ ਸਰਕਾਰੀ ਕਾਲਜ ਨੇ ਉਹਨਾਂ ਦਾ ਭਵਿੱਖ ਵੀ ਜੁੜਿਆ ਹੋਇਆ। 25 ਸਾਲਾਂ ਬਾਅਦ 1 ਸਾਲ ਦੀ ਲਗਾਤਾਰ ਕੈਂਪੇਨ ਦੇ ਦਬਾਅ ਨੂੰ ਮੰਨਦੇ ਹੋਏ ਇਲੈਕਸ਼ਨ ਤੋਂ ਐਨ ਪਹਿਲਾਂ ਇਹ ਭਰਤੀ ਪੰਜਾਬ ਸਰਕਾਰ ਵੱਲੋਂ ਕੱਢੀ ਗਈ ਸੀ। 45 ਦਿਨਾਂ 'ਚ ਇਸ ਭਰਤੀ ਨੂੰ ਪੂਰਾ ਕਰਨ ਦਾ ਵਾਅਦਾ ਜਿਹੜਾ ਉਹ ਕੀਤਾ ਗਿਆ ਸੀ। ਸਾਰੇ ਜਿਹੜੇ ਯੋਗ ਉਮੀਦਵਾਰ ਸੀਗੇ, ਸਾਡਾ ਟੈਸਟ ਹੋਇਆ, ਸਕਰੂਟਨੀ ਹੋਈ, ਡਾਕੂਮੈਂਟ ਚੈੱਕ ਹੋਏ, ਕੁਝ ਸਾਥੀਆਂ ਨੂੰ ਅਪਾਇੰਟਮੈਂਟ ਲੈਟਰ ਬਣਾਉਣ ਦੇ ਲਈ ਵੀ ਬੁਲਾਇਆ ਗਿਆ, ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦਿੱਤੇ ਵੀ ਗਏ। ਉਸ ਤੋਂ ਬਾਅਦ ਕੋਰਟ ਦੇ ਵਿੱਚ ਜਦੋਂ ਇਹ ਭਰਤੀ ਚੈਲੰਜ ਹੋਈ ਆ ਤਾਂ 45 ਦਿਨਾਂ 'ਚ ਭਰਤੀ ਪੂਰੀ ਕਰਨ ਵਾਲੀ ਸਰਕਾਰ ਨੂੰ 2.5 ਮਹੀਨੇ ਹੋ ਗਏ ਨੇ। ਸਰਕਾਰ ਕੋਰਟ ਦੇ ਵਿੱਚ ਉਹਨਾਂ ਰਿਟ ਪਟੀਸ਼ਨਸ ਦਾ ਜਵਾਬ ਨਹੀਂ ਦੇ ਰਹੀ। ਸਰਕਾਰ ਉਹ ਜਵਾਬ ਦੇਣ ਦੇ ਲਈ ਲਗਾਤਾਰ ਤਰੀਕ ਤੇ ਤਰੀਕ ਮੰਗ ਰਹੀ ਆ, ਟਾਲ ਮਟੋਲ ਕਰ ਰਹੀ ਆ, ਜਿਹਦਾ ਮਤਲਬ ਸਰਕਾਰ ਇਸ ਭਰਤੀ ਤੋਂ ਸਿਆਸੀ ਲਾਹਾ ਤਾਂ ਲੈਣਾ ਚਾਹੁੰਦੀ ਸੀ। ਸਰਕਾਰ ਚੋਣਾਂ 'ਚ ਇਹ ਪ੍ਰਚਾਰ ਤਾਂ ਕਰਨਾ ਚਾਹੁੰਦੀ ਸੀ ਜੀ ਅਸੀਂ ਪੰਜਾਬ ਦੇ 25 ਸਾਲਾਂ ਬਾਅਦ ਪੰਜਾਬ ਦੇ ਸਰਕਾਰੀ ਕਾਲਜ ਭਰ ਦਿੱਤੇ ਨੇ, ਬਟ ਹੁਣ ਜਦੋਂ ਚੋਣਾਂ ਨੇੜੇ ਆ ਗਈਆਂ ਨੇ, ਭਰਤੀ ਕੋਰਟ ਚਲਜੀ ਹੋਈ ਆ, ਸਰਕਾਰ ਨੂੰ ਕੋਰਟ ਦਾ ਬਹਾਨਾ ਮਿਲ ਗਿਆ ਹੈ, ਤਾਂ ਉੱਥੇ ਸਰਕਾਰ ਸਿਰਤਾ ਨਾਲ ਇਹਦੀ ਪੈਰਵਾਈ ਨਹੀਂ ਕਰ ਰਹੀ, ਇਹਨੂੰ ਲਗਾਤਾਰ ਲਮਕਾਇਆ ਜਾ ਰਿਹਾ। ਉੱਥੇ ਜਵਾਬ ਵੀ ਨਹੀਂ ਫਾਈਲ ਕੀਤੇ ਜਾ ਰਹੇ। ਈਵਨ ਅਸੀਂ ਜਿਹੜੇ ਆਪਦੇ ਵਕੀਲ ਖੜੇ ਕੀਤੇ ਨੇ, ਕੈਂਡੀਡੇਟਸ ਨੇ ਆਪਦੇ ਕੋਲੋਂ ਪੈਸੇ ਇਕੱਠੇ ਕਰਕੇ, ਸਾਡੇ ਜੋ ਬਹੁਤ ਸਾਰੇ ਸਾਥੀ ਲੋੜਵੰਦ ਨੇ, ਥੋੜ੍ਹੇ ਪੈਸੇ ਜਮ੍ਹਾਂ ਕਰਕੇ ਅਸੀਂ ਆਪਦੇ ਵਕੀਲ ਵੀ ਖੜੇ ਕੀਤੇ, ਪਰ ਉਹ ਵਕੀਲ ਵੀ ਕੋਰਟ ਦੇ ਵਿੱਚ ਉਹਨਾਂ ਚਿਰ ਕਿਸੇ ਤਰ੍ਹਾਂ ਦੀ ਬਹਿਸ ਨਹੀਂ ਕਰ ਸਕਦੇ ਜਿੰਨਾ ਚਿਰ ਸਰਕਾਰ ਆ ਜਿਹੜੇ ਉਹ ਸਾਰੇ ਜਵਾਬ ਦਾਖਲ ਨਹੀਂ ਕਰਦੀ। ਤਾਂ ਸਰਕਾਰ ਨਾ ਉੱਥੇ ਜਵਾਬ ਦਾਖਲ ਕਰ ਰਹੀ ਹੈ, ਤਰੀਕ ਤੇ ਤਰੀਕ ਮੰਗ ਰਹੀ ਆ, ਜਿਹਦਾ ਮਤਲਬ ਹੈ ਵੀ ਸਰਕਾਰ ਹੁਣ ਇਸ ਭਰਤੀ ਨੂੰ ਲਮਕਾਉਣਾ ਚਾਹੁੰਦੀ ਆ ਜਾਂ ਵੋਟਾਂ ਤੋਂ ਬਾਅਦ ਦੇਖਣਾ ਚਾਹੁੰਦੀ ਹੈ ਵੀ ਕਿਹਦੀ ਸਰਕਾਰ ਬਣਦੀ ਹੈ, ਕਿਹਦੀ ਸਰਕਾਰ ਨਹੀਂ ਬਣਦੀ। ਜਿੱਥੋਂ ਇਹ ਸਾਫ਼ ਪਤਾ ਲੱਗਦਾ ਵੀ ਜਿਹੜੇ ਸਰਕਾਰੀ ਇਹ ਦਾਅਵੇ ਕੀਤੇ ਜਾ ਰਹੇ ਨੇ ਵੀ ਸਾਨੂੰ ਪੰਜਾਬ ਦੀ ਉਚੇਰੀ ਸਿੱਖਿਆ ਦੀ ਫਿਕਰ ਆ, ਅਸੀਂ ਪੰਜਾਬ ਦੇ ਕਾਲਜ ਬਚਾਉਣਾ ਚਾਹੁੰਦੇ ਆ, ਇਹ ਦਾਅਵੇ ਨਿਰੋਲ ਝੂਠੇ ਦਾਅਵੇ ਨੇ। ਤੇ ਇਹਨਾਂ ਦਾਅਵਿਆਂ ਦਾ ਇੱਕੋ ਇੱਕ ਮਕਸਦ ਆ, ਜਿਹੜੀਆਂ ਵੋਟਾਂ ਲੈਣੀਆਂ ਨੇ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਧੋਖਾ ਦੇਣਾ। ਅਸੀਂ ਇਸ ਗੱਲ ਦਾ ਪਰਦਾ ਚੱਕ ਕਰਨ ਇੱਥੇ ਆਏ ਆ। ਸਿਰਫ ਇੱਥੇ ਨਹੀਂ ਆਏ, ਅਸੀਂ ਲਗਾਤਾਰ ਹਲਕਿਆਂ ਦੇ ਵਿੱਚ ਮੰਗ ਪੱਤਰ ਦੇ ਰਹੇ ਹਾਂ, ਕੈਂਡੀਡੇਟਸ ਨੂੰ ਮਿਲ ਰਹੇ ਹਾਂ, ਤੇ ਆਉਂਦੇ ਦਿਨਾਂ 'ਚ ਵੀ 20 ਤੋਂ ਪਹਿਲਾਂ ਅਸੀਂ ਚਾਹੇ ਉਹ CM ਕੈਂਡੀਡੇਟ ਨੇ, ਸਰਕਾਰ ਦੇ ਚੰਨੀ ਨੇ, ਉਹਨਾਂ ਦਾ ਭਦੌੜ ਹਲਕਾ ਜਾਂ ਕੋਈ ਹੋਰ ਪ੍ਰੋਮੀਨੈਂਟ ਲੀਡਰ ਨੇ, ਅਸੀਂ ਉੱਥੇ ਵੀ ਜਾਵਾਂਗੇ, ਉੱਥੇ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਉਹਨਾਂ ਨੂੰ ਹਰ ਫਰੰਟ ਤੇ ਘੇਰਿਆ ਜਾਊ। ਲੰਬੇ ਸਮਾਂ ਤੋਂ ਪ੍ਰਗਟ ਸਿੰਘ ਹੁਣਾਂ ਦੇ ਘਰ ਦੇ ਬਾਹਰ ਧਰਨੇ ਵੀ ਲੱਗੇ ਨੇ, ਸਾਰੇ ਟੀਚਰ ਜਥੇਬੰਦੀਆਂ ਵੱਲੋਂ, ਚਾਹੇ B.Ed ਟੈਟ ਪਾਸ ਹੋਣ, ਚਾਹੇ ਹੋਰ ਟੀਚਰ ਹੋਣ, ਉਹ ਧਰਨਾ ਜਦੋਂ ਲਾਉਂਦੇ ਸੀਗੇ ਇੱਥੇ ਲਾਠੀ ਚਾਰਜ ਵੀ ਹੁੰਦਾ ਸੀ। ਅਸੀਂ ਪ੍ਰਗਟ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਸੀ, ਉਹਨਾਂ ਦਾ ਕਹਿਣਾ ਸੀਗਾ ਕਿ ਬਾਕੀ ਜਥੇਬੰਦੀਆਂ ਦੇ ਨਾਲ ਸਾਡੀ ਗੱਲਬਾਤ ਹੋ ਗਈ ਆ, ਉਹ ਸਾਡੀ ਗੱਲ ਮੰਨਦੇ ਨੇ। ਕਈ ਟੀਚਰ ਜੋ ਨੇ ਆਪਣੀ ਮਰਜ਼ੀ ਦੇ ਨਾਲ ਕੋਰਟ ਦੇ ਵਿੱਚ ਗਏ ਨੇ,
ਕੀ ਲੱਗਦਾ ਹੈ ਕਿ ਕੋਰਟ ਦਾ ਦਰਵਾਜ਼ਾ ਖਟਖਟਾਉਣ ਦੇ ਲਈ ਤਾਂ ਤੁਹਾਨੂੰ ਜੋ ਵੀ ਹੈ ਮੁਸ਼ਕਲ ਆ ਰਹੀ ਹੈ ਉਹ ਚੀਜ਼ ਨੂੰ ਲੈ ਕੇ ਤੁਸੀਂ ਕੋਰਟ ਦੇ ਵਿੱਚ ਪਹੁੰਚੇ ਹੋ, ਪਰ ਪ੍ਰਗਟ ਸਿੰਘ ਹੁਣੀ ਤਾਂ ਸਾਫ਼-ਸਾਫ਼ ਕਹਿ ਰਹੇ ਨੇ ਕਿ ਟੀਚਰ ਆਪਣੀ ਮਰਜ਼ੀ ਦੇ ਨਾਲ ਕੋਰਟ 'ਚ ਗਏ ਨੇ, ਜਿਹਦਾ ਕਰਕੇ ਜਦ ਤੱਕ ਕੋਰਟ ਦਾ ਫੈਸਲਾ ਨਹੀਂ ਆਉਂਦਾ ਅਸੀਂ ਕੋਈ ਡਿਸੀਜਨ ਨਹੀਂ ਲੈ ਸਕਦੇ। ਨਹੀਂ ਦੇਖੋ, ਜੋ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਦਾ ਮਾਮਲਾ ਹੈ, ਇਹਦੇ 'ਚੋਂ ਟੀਚਰਸ ਕੋਈ ਵੀ ਕੋਰਟ 'ਚ ਨਹੀਂ ਗਿਆ ਹੋਇਆ, ਬਲਕਿ ਇਸ ਭਰਤੀ ਤੇ ਓਬਜੈਕਸ਼ਨ ਉਠਾਉਂਦੇ ਹੋਏ ਕੁਝ ਲੋਕ, ਜਿਹਦੇ 'ਚੋਂ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਕੋਈ ਇੱਕ ਤਰ੍ਹਾਂ ਦੀ ਲੌਬੀ ਹੈ ਜਿਹੜੀ ਨਹੀਂ ਚਾਹੁੰਦੀ ਇਸ ਤਰ੍ਹਾਂ ਦੀਆਂ ਭਰਤੀਆਂ ਸਿਰੇ ਚੜ੍ਹਨ, ਪੰਜਾਬ ਦੇ ਸਰਕਾਰੀ ਕਾਲਜ ਬਚਣ, ਉਹ ਕੋਰਟ ਦੇ ਵਿੱਚ ਗਏ ਨੇ। ਸਰਕਾਰ ਨੇ ਉੱਥੇ ਸਿਰਤਾਂ ਨਾਲ ਪੈਰਵਾਈ ਕਰਨੀ ਹੈ। ਅਸੀਂ ਤਾਂ ਸਗੋਂ ਇਹ ਮੰਗ ਲੈ ਕੇ ਆਏ ਹਾਂ ਵੀ ਕੋਰਟ ਦੇ ਵਿੱਚ ਜਿੱਥੇ ਮਾਮਲਾ ਚੱਲ ਰਿਹਾ ਸਰਕਾਰ ਉੱਥੇ ਜਵਾਬ ਦਾਖਲ ਕਰੇ। ਕੋਰਟ ਨੇ ਡਿਸੀਜਨ ਫੇਰ ਹੀ ਦੇਣਾ ਜੇ ਸਰਕਾਰ ਜਵਾਬ ਦਾਖਲ ਕਰੂਗੀ। ਫਿਲਹਾਲ ਹਾਲਤ ਇਹ ਹੈ ਵੀ ਕੋਰਟ ਨੂੰ ਜਵਾਬ ਦਾਖਲ ਕਰਵਾਉਣ ਦੇ ਲਈ ਵੀ ਸਰਕਾਰ ਨੂੰ ਬਾਰ-ਬਾਰ ਫਟਕਾਰ ਪਾਉਣੀ ਪੈ ਰਹੀ ਹੈ। ਪਿਛਲੀਆਂ ਸੁਣਵਾਈਆਂ ਤੇ ਸਰਕਾਰ ਨੂੰ ਕੋਰਟ ਨੇ ਇਹ ਖਾਸ ਤੌਰ ਤੇ ਕਿਹਾ ਵੀ ਜੇ ਤੁਸੀਂ ਰਿਟ ਪਟੀਸ਼ਨ ਤੇ ਜਵਾਬ ਨਹੀਂ ਦਿਓਗੇ ਤੁਹਾਨੂੰ ਪਰ ਪਟੀਸ਼ਨ 50,000 ਰੁਪਏ ਜੁਰਮਾਨਾ ਕੀਤਾ ਜਾਊਗਾ। ਸਰਕਾਰ ਦੀ ਜਿਹੜੀ ਅਣਗਹਿਲੀ ਆ ਉਹ ਜਾਂ ਉਹਦੀ ਸਰਕਾਰ ਦੀ ਜਿਹੜੀ ਮਨਸ਼ਾ ਉਹ ਇੱਥੋਂ ਸਾਫ਼ ਜ਼ਾਹਰ ਹੁੰਦੀ ਆ ਵੀ ਸਰਕਾਰ ਇਹਨਾਂ ਭਰਤੀਆਂ ਨੂੰ, ਚਾਹੇ ਉਹ 1158 ਦੀ ਭਰਤੀ ਆ ਜਾਂ ਇਸੇ ਤਰ੍ਹਾਂ ਦੀਆਂ ਹੋਰ ਵੀ ਕਈ ਭਰਤੀਆਂ ਨੇ, ਲਮਕਾਏ ਰੱਖਣਾ ਚਾਹੁੰਦੀ ਆ। ਇੱਕ ਤਰ੍ਹਾਂ ਦਾ ਲੋਲੀਪੌਪ, ਇੱਕ ਤਰ੍ਹਾਂ ਦਾ ਲਾਰਾ ਇੱਥੋਂ ਦੇ ਨੌਜਵਾਨਾਂ ਨੂੰ ਲਾ ਕੇ ਰੱਖਣਾ ਚਾਹੁੰਦੀ ਹੈ ਵੀ ਸ਼ਾਇਦ ਵੀ ਇਹ ਭਰਤੀ ਅਸੀਂ ਪੂਰੀ ਕਰਾਂਗੇ ਜਦੋਂ ਸਰਕਾਰ ਬਣੂਗੀ ਜਾਂ ਨਵੀਂ ਸਰਕਾਰ ਆਊਗੀ, ਤਾਂ ਆਪਦੀ ਉਹ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਜਿਹੜੀ 1158 ਦੀ ਭਰਤੀ ਅਸਿਸਟੈਂਟ ਪ੍ਰੋਫੈਸਰ ਸੀ, ਕਿੰਨੇ ਲੰਬੇ ਸਮੇਂ ਤੋਂ ਚੱਲ ਰਹੀ ਤੇ ਕਿੰਨੇ ਲੰਬੇ ਸਮੇਂ ਤੋਂ ਪ੍ਰਗਟ ਸਿੰਘ ਹੋਰਾਂ ਦੇ ਧਿਆਨ ਦੇ ਵਿੱਚ ਸੀ? ਦੇਖੋ, ਪਿਛਲੇ ਜਿਹੜੀ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਗੱਲ ਕਰੀਏ ਤਾਂ ਪਿਛਲੇ 25 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਕੋਈ ਰੈਗੂਲਰ ਭਰਤੀ ਨਹੀਂ ਹੋਈ ਹੈ। ਪਿਛਲੇ 1.5 ਸਾਲ ਤੋਂ ਸਰਕਾਰੀ ਕਾਲਜ ਬਚਾਓ ਮੰਚ ਪੰਜਾਬ ਬਣੀ ਹੋ ਤੇ ਬਹੁਤ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਲਗਾਤਾਰ ਸਰਕਾਰੀ ਕਾਲਜਾਂ ਨੂੰ ਬਚਾਉਣ ਦੇ ਲਈ ਇੱਕ ਕੈਂਪੇਨ ਚਲਾਈ ਗਈ ਸੀ। ਉਹ ਸੋਸ਼ਲ ਮੀਡੀਆ ਦੇ ਉੱਪਰ ਵੀ ਚੱਲੀ, ਉਹ ਜਨਤਕ ਥਾਵਾਂ ਦੇ ਉੱਪਰ ਵੀ ਚੱਲੀ, ਜਿਹਦਾ ਦਬਾਅ ਮੰਨਦੇ ਹੋਏ ਸਰਕਾਰ ਨੇ ਇਹ ਪੋਸਟਾਂ ਕੱਢਣ ਦੀ ਜਿਹੜੀ ਪਹਿਲ ਆ ਉਹ ਕੀਤੀ ਚੋਣਾਂ ਤੋਂ ਪਹਿਲਾਂ। ਤਾਂ ਉਹ ਪੋਸਟਾਂ ਜਦੋਂ ਨਿਕਲੀਆਂ ਨੇ ਉਸ ਸਮੇਂ ਸਰਕਾਰ ਨੇ ਇਹ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਸੀ ਵੀ ਇਹ ਭਰਤੀ ਜਿਹੜੀ ਅਸੀਂ 45 ਦਿਨਾਂ ਦੇ ਵਿੱਚ ਪੂਰੀ ਕਰ ਦਿਆਂਗੇ। 3 ਨਵੰਬਰ ਨੂੰ 19 ਅਕਤੂਬਰ ਨੂੰ ਇਸ ਭਰਤੀ ਦਾ ਨੋਟੀਫਿਕੇਸ਼ਨ ਆਉਂਦਾ ਤੇ 3 ਦਸੰਬਰ ਤੱਕ ਇਹ ਭਰਤੀ ਪੂਰੀ ਕਰਨ ਦੀ ਗੱਲ ਕੀਤੀ ਗਈ ਸੀ 45 ਦਿਨਾਂ ਦੇ ਅੰਦਰ। ਪਰ 3 ਦਸੰਬਰ ਤੋਂ ਲੈ ਕੇ ਲਗਾਤਾਰ ਅੱਜ ਮਤਲਬ 10 ਫਰਵਰੀ ਹੋ ਗਈ ਆ। ਅਗਲੀ ਡੇਟ ਆ ਜਿਹੜੀ ਕੋਰਟ ਦੇ ਵਿੱਚ ਉਹ 7 ਮਾਰਚ ਪਈ ਹੋਈ ਹੈ। ਤਾਂ ਲਗਭਗ 3 ਮਹੀਨੇ ਦਾ ਸਮਾਂ ਬਣ ਗਿਆ ਹੈ। 3 ਮਹੀਨੇ ਦੇ ਸਮੇਂ 'ਚ ਸਰਕਾਰ ਨੇ ਕੋਰਟ ਦੇ ਵਿੱਚ ਆਪਦੇ ਇਸ ਪ੍ਰੋਸੈਸ ਨੂੰ ਬਚਾਉਣ ਲਈ ਬਹਿਸ ਕਰਨੀ ਤਾਂ ਦੂਰ ਦੀ ਗੱਲ, ਹਜੇ ਸਿਰਫ ਜਵਾਬ ਵੀ ਦਾਖਲ ਨਹੀਂ ਕੀਤੇ ਕਿਉਂਕਿ ਉਹਨਾਂ ਜਵਾਬਾਂ ਤੋਂ ਬਾਅਦ ਬਹਿਸ ਸ਼ੁਰੂ ਹੋਣੀ ਹੈ। ਪ੍ਰਗਟ ਸਿੰਘ ਹੋਰਾਂ ਨਾਲ ਕਿੰਨੀ ਵਾਰ ਮੁਲਾਕਾਤ ਹੋ ਚੁੱਕੀ ਇਸ ਟੌਪਿਕ ਤੇ? ਅਸੀਂ ਭਰਤੀ ਕਢਵਾਉਣ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਜ਼ਿਆਦਾ ਵਾਰ ਮਿਲੇ, ਲਗਾਤਾਰ ਉਹਨਾਂ ਨਾਲ ਗੱਲ ਕਰਦੇ ਰਹੇ। ਹਾਲਾਂਕਿ ਉਦੋਂ ਵੀ ਪੋਸਟਾਂ ਜਿਹੜੀਆਂ ਆਇਡੈਂਟੀਫਾਈ ਕਰਕੇ ਦਿੱਤੀਆਂ ਗਈਆਂ 1500-1600 ਦੇ ਕਰੀਬ ਸੀ, ਜਿਹਦੇ 'ਚੋਂ ਸਿਰਫ ਉਹਨਾਂ ਨੇ 1158 ਪੋਸਟਾਂ ਮਨਜ਼ੂਰ ਕਰਵਾਈਆਂ ਨੇ। ਭਰਤੀ ਰੁਕਣ ਤੋਂ ਬਾਅਦ ਵੀ ਉਹਨਾਂ ਨੂੰ ਲਗਾਤਾਰ ਮਿਲਦੇ ਰਹੇ ਆ। ਇਹ ਟੋਟਲ ਜੋ ਪੰਜਾਬ ਦੇ ਵਿੱਚ ਇਸ ਵਕਤ ਪੋਸਟਾਂ ਨੇ ਸੈਕਸ਼ਨ 1873 ਪੋਸਟਾਂ ਨੇ, ਸਿਰਫ 322 ਪ੍ਰੋਫੈਸਰ ਨੇ ਰੈਗੂਲਰ, 1500 ਦੇ ਕਰੀਬ ਖਾਲੀ ਪਈਆਂ ਨੇ। ਇਸੇ ਤਰ੍ਹਾਂ ਨਵੇਂ ਕਾਲਜ ਖੋਲ੍ਹਣ ਦਾ ਵਾਅਦਾ ਜਿਹੜਾ 50 ਕਾਲਜ ਖੋਲ੍ਹਣ ਦਾ ਕੀਤਾ ਗਿਆ ਸੀ, 16 ਖੋਲ੍ਹੇ ਗਏ, ਜਿਨ੍ਹਾਂ 'ਚ 824 ਪੋਸਟਾਂ ਆਇਡੈਂਟੀਫਾਈ ਕੀਤੀਆਂ ਗਈਆਂ ਸੀ, ਉਹਨਾਂ 'ਚੋਂ ਵੀ ਸਿਰਫ 160 ਕੱਢੀਆਂ ਗਈਆਂ। ਤਾਂ ਜਾਨੀ ਪਹਿਲਾਂ ਹੀ ਪੋਸਟਾਂ ਅੱਧੀਆਂ ਕੱਢੀਆਂ ਗਈਆਂ, ਜਿਹੜੀਆਂ ਅੱਧੀਆਂ ਕੱਢੀਆਂ ਗਈਆਂ ਉਹਨਾਂ ਦੀ ਵੀ ਠੀਕ ਢੰਗ ਨਾਲ ਪੈਰਵਾਈ ਆ ਉਹ ਜਿਹੜੀ ਨਹੀਂ ਹੋ ਰਹੀ। ਅਸੀਂ ਬਾਅਦ ਦੇ ਵਿੱਚ ਵੀ ਆ ਕੇ ਮਿਲੇ ਹਾਂ, ਬਾਅਦ ਦੇ ਵਿੱਚ ਵੀ ਸਿੱਖਿਆ ਮੰਤਰੀ ਜੀ ਨੇ ਉਸੇ ਟਾਈਮ ਕਿਹਾ ਵੀ ਮੈਂ DPI ਆਫਿਸ ਫੋਨ ਕਰਕੇ, AG ਆਫਿਸ ਫੋਨ ਕਰਕੇ ਕਹਾਂਗਾ ਕਿ ਉਹ ਜਵਾਬ ਦਾਖਲ ਕਰਨ। ਲੇਕਿਨ ਉਸ ਤੋਂ ਬਾਅਦ ਜਦੋਂ ਤਰੀਕ ਪੈਂਦੀ ਆ ਉਸ ਤਰੀਕ ਦੇ ਉੱਪਰ ਫਿਰ AG ਆਫਿਸ ਦੇ ਵਿੱਚੋਂ ਕਿਹਾ ਜਾਂਦਾ ਜੀ ਸਾਡੇ ਕੋਲੇ ਜਵਾਬ ਤਿਆਰ ਨਹੀਂ, ਸਾਨੂੰ ਹੋਰ ਸਮਾਂ ਦੇ ਦਿਓ। ਜੱਜ ਸਾਹਿਬਾਨ ਮਤਲਬ ਉਹਨਾਂ ਨੂੰ 1 ਹਫ਼ਤੇ ਦਾ ਸਮਾਂ ਦੇਣ ਲਈ ਵੀ ਤਿਆਰ ਸੀ, 2 ਦਿਨ ਦਾ, 4 ਦਿਨ ਦਾ ਸਮਾਂ ਦੇਣ ਲਈ ਵੀ ਤਿਆਰ ਸੀ। ਔਨ ਰਿਕਾਰਡ ਜੱਜ ਸਾਹਿਬ ਨੇ ਕਿਹਾ ਵੀ ਮੈਂ ਸੈਟਰਡੇ ਸੰਡੇ ਨੂੰ ਵੀ ਕੋਰਟ ਲਾਉਣ ਦੇ ਲਈ ਤਿਆਰ ਹਾਂ ਜੇ ਤੁਸੀਂ ਜਵਾਬ ਫਾਈਲ ਕਰ ਦਿਓਗੇ। ਇਹਦੇ ਬਾਵਜੂਦ 1 ਮਹੀਨਾ ਤੇ 4 ਦਿਨ ਦਾ ਸਮਾਂ ਲੈ ਗਿਆ, ਇਲੈਕਸ਼ਨ ਟੱਪਣ ਤੋਂ ਬਾਅਦ ਦਾ ਸਮਾਂ, ਤਾਂ ਕਿ ਜੋ ਨਵੀਂ ਸਰਕਾਰ ਬਣੇ ਜਾਂ ਜੋ ਵੀ ਕੁਝ ਹੋਵੇ ਉਸ ਤੋਂ ਬਾਅਦ ਉਹ ਦੇਖੇ ਅਸੀਂ ਇਸ ਗੱਲ ਤੋਂ ਸੁਰਖਰੂ ਹੋ ਜਾਈਏ। ਪਰ ਜੇ ਦੇਖਿਆ ਜਾਏ ਅੱਜ ਪ੍ਰਗਟ ਸਿੰਘ ਹੋਰੀ ਤਾਂ ਹੁਣ ਦੂਰ ਕਰ ਰਹੇ ਨੇ, ਘਰ ਦੇ ਵਿੱਚ ਕੋਈ ਵੀ ਨਹੀਂ ਹੈਗਾ, ਕਿ ਤੁਹਾਨੂੰ ਲੱਗਦਾ ਕਿ ਉਹ ਮਿਲਣਗੇ ਤੁਹਾਨੂੰ? ਅਸੀਂ ਤਾਂ ਦੇਖੋ ਜੀ ਇੱਥੇ ਸਿਟ ਇਨ ਪ੍ਰੋਟੈਸਟ ਕਰਨ ਦੇ ਲਈ ਆਏ ਹਾਂ, ਅਸੀਂ ਬੈਠਾਂਗੇ। ਸਾਨੂੰ ਲੱਗਦਾ ਜੇ ਉਹ ਸਹਿਰਤਾ ਨਾਲ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਨੇ, ਉਹ ਖੁਦ ਜਾਂ ਉਹਨਾਂ ਦਾ ਕੋਈ ਨਾ ਕੋਈ ਨੁਮਾਇੰਦਾ ਜ਼ਰੂਰ ਸਾਡੀ ਇੱਥੇ ਗੱਲ ਵੀ ਸੁਣੇਗਾ ਤੇ ਉਹ ਤੇ ਜਿਹੜੀ ਬਣਦੀ ਸਹਿਰਤਾ ਨਾਲ ਕਾਰਵਾਈ ਆ ਉਹ ਕਰਨ ਦਾ ਭਰੋਸਾ ਵੀ ਦੇਵੇਗਾ, ਉਹ ਕਾਰਵਾਈ ਕਰੇਗਾ। ਮੁੱਠੀ ਬਣਿਆ ਪੰਜਾਹਾਂ, We want justice. We want justice. रोजगार सबका हक है, लेके आगे मुट्ठी बनिया पंजाहा, साडा हक इत्थे रख, साडा हक इत्थे रख। सिक्ख्या मंत्री बाहर आओ, सिक्ख्या मंत्री बाहर आओ, सिक्ख्या दा निजी
जातीकरण बंद करो। We want justice. We want Justice. शिक्षा मंत्री बाहर आओ, भर्ती सिरे चढ़ाओ। शिक्षा मंत्री बाहर आओ, साडी भर्ती सिरे चढ़ाओ। नारे लप्पे दूर करो, नारे लप्पे दूर करो। मुट्ठी बनिया पंजाहा, मुट्ठी बनिया पंजाहा। रोजगार सबका हक है, लेके रहांगे। रोजगार सबका हक है, ਦੱਸਣ ਦੇ ਬਾਵਜੂਦ ਜਿਹੜੀ ਇਹ ਸੁਣਵਾਈ ਹੈ ਜਿਹੜੀ ਉਹ ਕਿਸੇ ਤਰ੍ਹਾਂ ਨਾਲ ਸਿਰਤਾ ਨਾਲ ਪੈਰਵਾਈ ਨਹੀਂ ਹੋ ਰਹੀ, ਉਹ ਸਿਰਤਾ ਨਾਲ ਪੈਰਵਾਈ ਦੀ ਗਾਰੰਟੀ ਕਰਾਉਣ ਦੇ ਲਈ ਅੱਜ ਅਸੀਂ ਸਿੱਖਿਆ ਮੰਤਰੀ ਦੇ ਜਿਹੜੀ ਇਹ ਕੋਠੀ ਆ ਉਹਦੇ ਸਾਹਮਣੇ ਸਿਟ ਇਨ ਪ੍ਰੋਟੈਸਟ ਕਰਨ ਆਏ ਆ, ਤਾਂ ਕਿ ਸਿੱਖਿਆ ਮੰਤਰੀ ਆਪਦਾ ਉਹ ਜਿਹੜਾ ਵਾਅਦਾ ਉਹਨਾਂ ਨੇ ਕੀਤਾ ਸੀ ਵੀ 45 ਦਿਨਾਂ ਦੇ ਵਿੱਚ ਭਰਤੀ ਸਿਰੇ ਚੜਾਉਣ ਵਾਲਾ, ਉਹਨੂੰ ਪੂਰਾ ਕਰਨ। ਕੋਰਟ ਦੇ ਵਿੱਚ ਜੋ ਵੀ ਇਸ ਭਰਤੀ ਖਿਲਾਫ ਚੈਲੰਜ ਹੋਏ ਨੇ, ਉਹਨਾਂ ਚੈਲੰਜਾਂ ਦਾ ਜੋ ਸਰਕਾਰੀ ਵਿਭਾਗ ਨੇ, ਚਾਹੇ ਉਹ DPI ਨੇ, ਚਾਹੇ ਉਹ AG ਆਫਿਸ ਨੇ, ਉਹ ਸਿਰਤਾ ਨਾਲ ਜਵਾਬ ਦੇਣ ਤੇ ਇਸ ਭਰਤੀ ਨੂੰ ਪੂਰ ਚੜਾਓ। ਸਿੱਖਿਆ ਮੰਤਰੀ ਦਾ ਕਹਿਣਾ ਸੀ ਕੋਰਟ 'ਚ ਮਾਮਲਾ ਹੈਗਾ ਤੇ ਬਾਰ-ਬਾਰ ਇੱਥੇ ਪ੍ਰੋਟੈਸਟ ਕਰਨ ਦਾ ਕੀ ਮਤਲਬ? ਦੇਖੋ, ਪਹਿਲੀ ਗੱਲ ਤਾਂ ਜੋ 1158 ਸਹਾਇਕ ਪ੍ਰੋਫੈਸਰਾਂ ਦਾ ਮਾਮਲਾ ਹੈਗਾ, ਇਸ ਪੱਖ ਤੋਂ ਅਸੀਂ ਪ੍ਰੋਟੈਸਟ ਦੇ ਰੂਪ 'ਚ ਪਹਿਲੀ ਵਾਰ ਆਏ ਹਾਂ। ਇਸ ਤੋਂ ਪਹਿਲਾਂ ਅਸੀਂ ਉਹਨਾਂ ਨਾਲ ਕਈ ਵਾਰ ਮੀਟਿੰਗਸ ਕੀਤੀਆਂ ਨੇ। ਹਰ ਮੀਟਿੰਗ ਦੇ ਵਿੱਚ ਜੋ ਸਾਡੀ ਇੱਕੋ ਇੱਕ ਡਿਮਾਂਡ ਸੀ, ਇਹ ਸੀ ਵੀ ਸਰਕਾਰ ਆ ਜਿਹੜੀ ਉਹ ਕੋਰਟ ਦੇ ਵਿੱਚ ਜਿਹੜੇ ਚੈਲੰਜ ਨੇ ਉਹਨਾਂ ਤੇ ਸਹਿਰਤਾ ਨਾਲ ਪੈਰਵਾਈ ਕਰੇ। ਜਦੋਂ ਅਸੀਂ ਕਹਿੰਦੇ ਹਾਂ ਕੋਰਟ ਦੇ ਵਿੱਚ ਮਾਮਲਾ ਇਸੇ ਲਈ ਗਿਆ ਕਿ ਸਰਕਾਰ ਦੇ ਉਸ ਭਰਤੀ ਪ੍ਰਕਿਰਿਆ ਨੂੰ ਚਲਾਉਣ ਦੇ ਵਿੱਚ ਜਾਂ ਉਹਨੂੰ ਪੂਰਾ ਕਰਨ ਦੇ ਵਿੱਚ ਕੁਝ ਤਰੁੱਟੀਆਂ ਰਹਿ ਗਈਆਂ, ਜਾਂ ਉਹ ਤੇ ਕਿਸੇ ਹੋਰ ਤਰ੍ਹਾਂ ਦੇ ਲੋਕਾਂ ਨੂੰ, ਜਦੋਂ ਕਾਂਗਰਸ ਦੀ ਸਰਕਾਰ ਸੀ ਕਿ 45 ਦਿਨਾਂ ਦੇ ਅੰਦਰ ਅਸੀਂ ਸਰਕਾਰ ਦੇ ਜਿਹੜੇ ਸਰਕਾਰੀ ਕਾਲਜ ਆ ਉਹਨਾਂ 'ਚ ਭਰਤੀ ਕਰਾਂਗੇ, ਪਰ ਅੱਜ 113 ਦਿਨ ਬੀਤ ਜਾਣ ਤੋਂ ਬਾਅਦ ਭਰਤੀ ਤਾਂ ਦੂਰ ਦੀ ਗੱਲ, ਜਿਹੜੀਆਂ ਰਿਟਾਂ ਪਈਆਂ ਹੋਈਆਂ ਉਹਨਾਂ ਦੇ ਜਵਾਬ ਤੱਕ ਨਹੀਂ ਦਿੱਤੇ ਗਏ ਆ। ਤਾਂ ਜਿਹੜਾ ਨਵਜੋਤ ਸਿੰਘ ਸਿੱਧੂ ਰੁੱਸ ਬਹਿੰਦਾ ਸੀ ਕਿ AG ਮੇਰੀ ਮਰਜ਼ੀ ਦਾ ਲਾਓ, ਉਸ AG ਦੀ ਜਿਹੜੀ AG ਜਾਂ ਡਬਲ AG ਆ ਜਿਹੜਾ ਉਹਦੀ ਜਿਹੜੀ ਕਾਰਵਾਈ ਆ ਕੋਰਟ ਦੇ ਵਿੱਚ ਬਿਲਕੁਲ ਨਿਕੰਮੀ ਸਾਬਤ ਹੋਈ ਆ। ਜੱਜ ਸਾਹਿਬ ਬਾਰ-ਬਾਰ ਪੁੱਛ ਰਹੇ ਆ ਕਿ ਸਾਨੂੰ ਕਦੋਂ ਤੱਕ ਜਵਾਬ ਫਾਈਲ ਕਰੋਗੇ, ਉਹ ਪੂਰੇ ਜਵਾਬ ਵੀ ਨਹੀਂ ਫਾਈਲ ਕਰ ਰਹੇ। ਸਿਰਫ ਇਹਨਾਂ ਨੇ ਜਿਹੜਾ ਚੰਨੀ ਸਾਹਿਬ ਨੇ ਵੱਡੇ ਪੋਸਟਰ ਲਾਏ, ਫਲੈਕਸਾਂ ਲਾਈਆਂ ਕਿ ਅਸੀਂ ਭਰਤੀ ਪੂਰੀ ਕਰ ਦਿੱਤੀ ਆ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀ, ਉਹ ਭਰਤੀ ਕੋਈ ਪੂਰੇ ਨਹੀਂ ਚੜੀ। ਸਿਰਫ ਇਹਨਾਂ ਨੇ ਵੋਟਾਂ ਦੇ ਵਿੱਚ ਮਾਈਲੇਜ ਲੈਣ ਲਈ, ਲੋਕਾਂ ਨੂੰ ਮੂਰਖ ਬਣਾਉਣ ਦੇ ਲਈ 26 ਸਾਲਾਂ ਬਾਅਦ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ ਤੇ ਭਰਤੀ ਅੱਧ ਵਿਚਕਾਰ ਲਟਕੀ ਹੋਈ ਆ। ਉਹ ਇਹਨਾਂ ਦੀ ਨਿਕੰਮੀਆਂ, ਇਹਨਾਂ ਦੀਆਂ ਚਾਲਾਂ ਗਈਆਂ ਜਿਹੜੀਆਂ ਇਹਨਾਂ ਦੀਆਂ, ਉਹਨਾਂ ਘਾਟਾਂ ਕਰਕੇ ਕੋਰਟ ਦੇ ਵਿੱਚ ਅਟਕੀ ਹੋਈ ਆ। ਕੋਰਟ ਦੇ ਵਿੱਚ ਇਹ ਜਵਾਬ ਵੀ ਫਾਈਲ ਨਹੀਂ ਕਰ ਰਹੇ। ਸਿਰਫ ਇੰਨੀ ਕੁ ਗੱਲ ਨਾਲ ਹੀ ਸਾਡੀ ਭਰਤੀ ਰੁਕੀ ਹੋਈ ਆ। ਅਸੀਂ ਸਿਲੈਕਟ ਹੋਏ ਉਮੀਦਵਾਰ ਆ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ। ਇਹਨਾਂ ਨੂੰ ਬਾਰ-ਬਾਰ ਮਿਲਦੇ ਰਹੇ ਆ। ਅਸੀਂ ਵਿਰੋਧੀ ਪਾਰਟੀਆਂ ਨੂੰ ਵੀ ਮਿਲੇ ਆ, ਉਹਨਾਂ ਦੇ ਵੀ ਏਜੰਡੇ ਤੇ ਇਹ ਹੈ ਨਹੀਂਗਾ। ਇਹਨਾਂ ਦੇ ਅਸੀਂ ਕੱਲੇ MLA ਨੂੰ ਆਪਣਾ ਗੱਲ ਕਹਿ ਕੇ ਆਏ ਆ, ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ, ਸਿਰਫ ਲਾਰੇ ਸਾਨੂੰ ਲਾ ਕੇ ਤੋੜ ਦਿੰਦੇ ਆ। ਤੁਸੀਂ ਕਿਵੇਂ ਦੇਖਦੇ ਹੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਆਈਆਂ ਨੇ, ਚੋਣਾਂ ਦੇ ਵਿੱਚ ਸਰਕਾਰ ਵੀ ਨਹੀਂ ਰਹੀ ਕਾਂਗਰਸ ਦੀ, ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਹੁਣ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ? ਕਿਉਂਕਿ ਜੇਕਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੋਈ ਹੋਰ ਸਰਕਾਰ ਹੁੰਦੀ ਹੈ ਜਾਂ BJP ਆਉਂਦੀ ਹੈ, ਹੋਰ ਵੀ ਕੋਈ ਸਰਕਾਰ ਆਉਂਦੀ, ਉਹਨਾਂ ਨੇ ਸਾਫ਼ ਕਹਿ ਦੇਣਾ ਹੈ ਕਿ ਅਸੀਂ ਇਹ ਸਾਰਾ ਕੁਝ ਜਿਹੜਾ ਹੈ ਨਵੇਂ ਸਿਰੇ ਤੋਂ ਕਰਨਾ ਹੈ। ਬਿਲਕੁਲ, ਸਾਨੂੰ ਵੀ ਇਹੀ ਡਰ ਆ ਗਈ ਕਿਉਂਕਿ ਅਸੀਂ ਪਿਛਲੀ ਪ੍ਰੈਕਟਿਸ ਦੇਖੀ ਆ। ਹੁਣ 2002 ਵਿੱਚ ਅਕਾਲੀਆਂ ਨੇ ਵੀ ਇਹੀ ਕੁਝ ਕੀਤਾ ਸੀ, ਹਰਿਆਣੇ ਵਿੱਚ ਇਹੀ ਹੋਇਆ ਕਿ ਜੋ ਪਿਛਲੀ ਸਰਕਾਰ ਦੀਆਂ ਲਟਕੀਆਂ ਹੋਈਆਂ ਭਰਤੀਆਂ ਹੁੰਦੀਆਂ, ਨਵੀਂ ਸਰਕਾਰ ਆ ਕੇ ਉਹਨਾਂ ਨੂੰ ਰੱਦ ਕਰ ਦਿੰਦੀ ਆ। ਸਾਡਾ ਵੀ ਇਹ ਖਦਸ਼ਾ, ਅਸੀਂ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਵੀ ਲਗਾਤਾਰ ਮਿਲ ਰਹੇ ਹਾਂਗੇ, ਮਿਲੇ ਵੀ ਆ। ਸਾਡੀ ਇਹਨਾਂ ਤੋਂ ਇਹੀ ਮੰਗ ਆ ਕਿ ਨਵੀਂ ਸਰਕਾਰ ਆਉਣ ਤੋਂ ਪਹਿਲਾਂ ਹੀ 7 ਮਾਰਚ ਨੂੰ ਸਾਡੀ ਅਗਲੀ ਤਰੀਕ ਆ, ਉਹਦੇ ਵਿੱਚ ਇਹ ਆਪਣੀ ਸਰਕਾਰ ਆਪਣੇ ਜਵਾਬ ਫਾਈਲ ਕਰੇ। ਅਸੀਂ ਇਹੀ ਮੰਗ ਲੈ ਕੇ ਇਹਨਾਂ ਕੋਲ ਆਏ ਆ। ਕੀ ਤੁਸੀਂ ਭੰਡੀ ਪ੍ਰਚਾਰ ਕਰੋਗੇ ਜੇਕਰ ਤੁਹਾਡੀਆਂ ਮੰਗਾਂ ਨਹੀਂ ਹੋਣਗੀਆਂ? ਬਿਲਕੁਲ, ਅਸੀਂ ਇਹਨਾਂ ਦੇ ਹਲਕੇ ਵਿੱਚ ਜਾ ਕੇ ਵੋਟਰਾਂ ਨੂੰ ਦੱਸਾਂਗੇ ਕਿ ਇਹਨਾਂ ਦੀਆਂ ਆਹ ਕਰਤੂਤਾਂ ਗਈਆਂ। ਤੇ ਸਿੱਖਿਆ ਮੰਤਰੀ ਜੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ, ਪੰਜਾਬ ਦਾ ਸਿੱਖਿਆ ਮੰਤਰੀ ਅੱਜ ਤੱਕ ਦੁਬਾਰਾ ਕਦੇ ਇਲੈਕਸ਼ਨ ਨਹੀਂ ਜਿੱਤਿਆ, ਕਿਉਂਕਿ ਉਹ ਇਲੈਕਸ਼ਨ ਵਿਰੋਧੀ ਉਹ ਸਾਰੇ ਕੰਮ ਕਰਦੇ ਆ 5 ਸਾਲ। ਇਹਨਾਂ ਨੇ ਵੀ ਇਹੀ ਕੀਤਾ, ਸਿਰਫ ਲੋਕਾਂ ਨੂੰ ਇੱਥੇ ਦਿਖਾਵਾ ਕੀਤਾ ਕਿ ਅਸੀਂ ਭਰਤੀ ਕਰਤੀ ਆ। ਅਸੀਂ ਇਹਨਾਂ ਦਾ ਇਹ ਕਰਤੂਤ ਜਿਹੜੀ ਇਹਨਾਂ ਨੇ ਇਹ ਇੱਕ ਸਕੈਂਡਲ ਆ, ਇਹ ਪੂਰੀ ਤਰ੍ਹਾਂ ਲੋਕਾਂ ਤੋਂ ਪੈਸੇ ਲੈ ਕੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਪੈਸਾ ਇਕੱਠਾ ਕਰਕੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰ ਲਿਆ ਗਿਆ ਤੇ ਉਹਨੂੰ ਇਹ ਆਪਦੇ ਇਲੈਕਸ਼ਨਾਂ ਦੇ ਪ੍ਰਚਾਰ ਤੇ ਲਾਉਂਦੇ ਆ ਗਿਆ ਪੋਸਟਰਾਂ ਦੇ ਵਿੱਚ। ਇਹ ਬਿਲਕੁਲ ਲੋਕਾਂ ਨਾਲ ਧੋਖਾ ਕੀਤਾ ਗਿਆ, ਇਹ ਸਕੈਂਡਲ ਆ। ਅਸੀਂ ਇਹਨਾਂ ਦਾ ਇਹ ਸਕੈਂਡਲ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ। ਅਪਾਇੰਟਮੈਂਟ ਵੀ ਹੋ ਗਈ, ਜੁਆਇਨਿੰਗ ਵੀ ਹੋ ਗਈ ਆ। ਔਰ ਦੇਖੋ, ਅਸੀਂ ਏਜ ਦੇ ਉਸ ਮੁਕਾਮ ਤੇ ਖੜੇ ਆ ਜਿੱਥੋਂ ਅੱਗੇ ਸਾਡੇ ਕੋਲ ਗਵਰਨਮੈਂਟ ਜੋਬ ਦਾ ਕੋਈ ਚਾਂਸ ਹੀ ਨਹੀਂ ਆ। ਮੇਰੀ 50 ਸਾਲ ਏਜ ਆ ਔਰ ਅਸੀਂ ਸਰਕਾਰੀ ਮੰਚ ਬਚਾਓ ਪੰਜਾਬ ਵੱਲੋਂ ਸੰਘਰਸ਼ ਕਰਕੇ ਏਜ ਵਧਵਾਈ, ਕਿਉਂਕਿ UGC ਵੱਲੋਂ ਤੇ ਏਜ ਲਿਮਿਟ ਕੋਈ ਹੈ ਹੀ ਨਹੀਂ ਆ। ਏਜ ਵਧਵਾਈ ਗਈ, ਅਸੀਂ ਪ੍ਰੋਸੈਸ ਵਿੱਚ ਆਏ, ਟੈਸਟ ਪਾਸ ਕੀਤਾ, ਯੋਗ ਉਮੀਦਵਾਰ ਆ, ਪਰ ਫਿਰ ਵੀ ਅਸੀਂ ਬੇਰੁਜ਼ਗਾਰ ਹੋ ਕੇ ਤੁਹਾਡੇ ਸਾਹਮਣੇ ਖੜੇ ਆ। ਜੇ ਹੁਣ ਸਰਕਾਰ ਇਹ ਦਾਅਵੇ ਕਰਦੀ ਹੈ ਕਿ ਅਸੀਂ ਭਰਤੀ ਪ੍ਰਕਿਰਿਆ ਪੂਰੀ ਕੀਤੀ ਆ, ਜੇ ਪੂਰੀ ਕੀਤੀ ਤਾਂ ਅਸੀਂ ਅੱਜ ਇੱਥੇ ਹੁੰਦੇ।
ਪਰ ਜਦੋਂ ਚੋਣ ਜ਼ਾਬਤੇ ਤੋਂ ਪਹਿਲਾਂ ਜਦੋਂ ਸਿੱਖਿਆ ਮੰਤਰੀ ਨੂੰ ਸਵਾਲ ਕੀਤੇ ਗਏ ਸਨ, ਉਹਨਾਂ ਦਾ ਕਹਿਣਾ ਸੀ ਕਿ ਕੋਰਟ ਦੇ ਵਿੱਚ ਮੈਟਰ ਹੈ, ਉਹਦੇ ਵਿੱਚ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ। ਉਸ ਨੂੰ ਕਿਸ ਤਰ੍ਹਾਂ ਦੇ ਕਿਉਂ ਨਹੀਂ ਕਰ ਸਕਦੀ ਪੰਜਾਬ ਸਰਕਾਰ ਕੁਝ? ਵੇਖੋ, ਚੋਣ ਦੇ ਵਿੱਚ ਮੈਟਰ ਹੈਗਾ, ਇਹਨਾਂ ਕਰਕੇ ਗਿਆ ਚੋਣ ਦੇ ਵਿੱਚ, ਠੀਕ ਹੈ ਨਾ। ਸਰਕਾਰ ਦੀਆਂ ਵੀ ਕੁਝ ਗਲਤੀਆਂ ਸਾਹਮਣੇ ਆਈਆਂ, ਔਰ ਤੁਸੀਂ ਦੇਖੋ ਇਹਨਾਂ ਜਿਹੜੀ ਗੱਲ ਸਹੀ ਹੈ, ਟੈਸਟ ਤੇ ਬੇਸ ਸੀਗਾ, ਇਹ ਬਿਲਕੁਲ ਟਰਾਂਸਪੇਰੈਂਟ ਭਰਤੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਸਰਕਾਰ ਦੀਆਂ ਗਲਤੀਆਂ ਕਾਰਨ ਭਰਤੀ ਜਿਹੜੀ ਲਟਕ ਗਈ। ਹੁਣ ਤੁਸੀਂ ਆਪ ਸਿਆਣੇ, ਸਰਕਾਰ ਨੇ ਜਵਾਬ ਦੇਣੇ, ਔਰ ਸਾਡੇ ਕਰਕੇ ਤੁਸੀਂ ਦੇਖੋ ਸਟੂਡੈਂਟਸ ਨਾਲ ਵੀ ਕਿੰਨਾ ਧੱਕਾ ਹੋ ਰਿਹਾ। ਮੈਂ ਇੱਥੇ ਗੱਲ ਮੀਡੀਆ ਨੂੰ ਕਹਿਣੀ ਚਾਹਾਂਗੀ ਕਿ ਸਰਕਾਰ ਕੀ ਪਾਰਟੀਆਂ ਦਾਅਵੇ ਕਰਦੀਆਂ ਨੇ ਕਿ ਅਸੀਂ ਸਟੂਡੈਂਟ ਜਿਹੜੇ ਬਾਹਰ ਭੇਜਣੇ ਆਈਲੈਟਸ ਕਰਕੇ 10 ਲੱਖ ਰੁਪਈਆ ਉਹਨਾਂ ਵਾਸਤੇ ਖਰਚਾਂਗੇ। ਅਕਾਲੀ ਸਰਕਾਰ ਦਾ ਇਹ ਸੀਗਾ ਸਟੇਟਮੈਂਟ। ਇਸ ਤਰ੍ਹਾਂ ਕਾਂਗਰਸ ਸਰਕਾਰ ਕਹਿੰਦੀ ਹੈ ਕਿ ਅਸੀਂ ਆਈਲੈਟਸ ਫ੍ਰੀ ਕਰਾਵਾਂਗੇ। ਜੋ ਚੰਨੀ ਸਾਹਿਬ LPU ਆਏ ਨੇ, ਉਹਨਾਂ ਨੇ ਵਰਡਿੰਗ ਬੋਲੀ। ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਅਸੀਂ ਆਪਣੇ ਸਟੂਡੈਂਟਸ ਬਾਹਰ ਹੀ ਕਿਉਂ ਜਾਣ ਦਿੰਦੇ ਆ। ਪਰ ਸਵਾਲ ਉੱਥੇ ਖੜਾ ਹੁੰਦਾ ਨਾ, ਹਰ ਇੱਕ ਵਰਗ ਦੇ ਲੋਕ ਸੜਕਾਂ ਦੇ ਉੱਪਰ ਸਰਕਾਰ ਜਿਹੜੀ ਹੈ ਕਾਂਗਰਸ ਕਹਿ ਰਹੀ ਹੈ ਵੀ ਹੋਰ ਨਵੇਂ ਵਾਅਦੇ ਕਰ ਰਹੀ ਹੈ ਕਿਉਂਕਿ ਚੋਣਾਂ ਦਾ ਸਮੇਂ, ਉਸ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ? ਦੇਖੋ ਜੀ, ਵਾਅਦੇ ਤਾਂ ਸਰਕਾਰ ਬਹੁਤ ਕਰਦੀ ਆ, ਲਾਰੇ ਲੱਪੇ ਵੀ ਲਾਉਂਦੀ ਆ, ਪਰ ਕੰਮ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਜੇ ਕੰਮ ਕੀਤਾ ਹੁੰਦਾ ਤਾਂ ਅੱਜ ਅਸੀਂ ਸੜਕਾਂ ਤੇ ਨਾ ਹੁੰਦੇ, ਇਹਨਾਂ ਦੇ ਅੱਗੇ ਗੁਹਾਰ ਨਾ ਲਗਾ ਰਹੇ ਹੁੰਦੇ। ਇਸੇ ਤਰ੍ਹਾਂ ਤੁਸੀਂ ਸਾਡੀ ਹੀ ਭਰਤੀ ਨਹੀਂ, ਹੋਰ ਵੀ ਦੇਖੋ ਕਿੰਨੀਆਂ ਭਰਤੀਆਂ ਨੇ ਜਿਹੜੀਆਂ ਕੋਰਟ 'ਚ ਇਸੇ ਤਰ੍ਹਾਂ ਲਟਕ ਰਹੀਆਂ ਨੇ। ਟੀਚਰ ਟੈਂਕੀਆਂ ਦੇ ਚੜ ਕੇ ਪ੍ਰਚਾਰ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ, ਪਰ ਕਿਸੇ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਕਾਂਗਰਸ ਪਾਰਟੀ ਨੇ ਫਿਰ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈ ਚਰਨਜੀਤ ਸਿੰਘ ਚੰਨੀ ਨੂੰ ਲਾਤਾ। ਉਹਨਾਂ ਨੇ ਕਿਹਾ ਕਿ ਜਿਹੜੇ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਉੱਪਰ ਲਾਠੀਆਂ ਨਹੀਂ ਚਲਾ ਸਕਦਾ, ਪਰ ਉਦੋਂ ਕਿਤੇ ਸੀ ਜਦੋਂ ਅਧਿਆਪਕਾਂ ਦੇ ਉੱਪਰ ਜਿਹੜਾ ਉਹਨਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਬਿਲਕੁਲ, ਤੁਸੀਂ ਦੇਖੋ ਪਿੱਛੇ ਜਿੰਨੀਆਂ ਵੀ ਪ੍ਰੋਟੈਸਟ ਹੋਏ ਨੇ, ਈਵਨ CM ਚੰਨੀ ਦੀ ਸਰਕਾਰ ਹੈ 111 ਦਿਨ ਰਹੀ ਹੈ, 111 ਦਿਨਾਂ ਦੇ ਵਿੱਚ ਬਿਨਾਂ ਪ੍ਰੋਟੈਸਟ ਤੋਂ ਹੋਰ ਕੁਝ ਹੋਇਆ ਹੀ ਨਹੀਂ। ਟੀਚਰਸ ਤੇ ਲਾਠੀ ਚਾਰਜ ਹੋਏ ਨੇ, ETT ਅਧਿਆਪਕਾਂ ਤੇ ਲਾਠੀ ਚਾਰਜ ਹੋਏ ਨੇ। ਸੋ ਮੈਨੂੰ ਲੱਗਦਾ ਕਿ ਜਿਹੜੇ ਇਹਨਾਂ ਦੇ ਵਾਅਦੇ ਨੇ ਉਹ ਸਾਰੇ ਖੋਖਲੇ ਨੇ। CM ਚੰਨੀ ਜੀ ਨੇ ਤਾਂ ਸਿਰਫ ਐਲਾਨ ਹੀ ਕੀਤੇ ਨੇ, ਉਹਨਾਂ ਐਲਾਨਾਂ ਤੇ ਅਮਲ ਤਾਂ ਕੀਤਾ ਹੀ ਨਹੀਂ ਹੈਗਾ ਕਿਤੇ। ਤੇ ਕਿਸ ਤਰ੍ਹਾਂ ਹੋਰ ਜਿਹੜਾ ਪ੍ਰਚਾਰ, ਜਿਹੜਾ ਭੰਡੀ ਪ੍ਰਚਾਰ ਕਿਸ ਤਰ੍ਹਾਂ ਕੀਤਾ ਜਾਵੇਗਾ? ਬਿਲਕੁਲ ਇਸੇ ਤਰ੍ਹਾਂ ਹੀ ਹੋਊਗਾ ਜੀ। ਅਸੀਂ ਅੱਗੇ ਆਪਦੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਇਹ ਸਿਰਫ ਅਸੀਂ 1158 ਸਹਾਇਕ ਪ੍ਰੋਫੈਸਰ ਫਰੰਟ ਵੱਲੋਂ ਆਏ ਆ। 25 ਸਾਲ ਬਾਅਦ ਇਹ ਭਰਤੀ ਹੋਈ ਸੀ, ਔਰ ਇਹ ਭਰਤੀ ਸਰਕਾਰ ਦੀ ਅਣਗਹਿਲੀ ਕਰਕੇ ਕੋਰਟ ਦੇ ਵਿੱਚ ਲਟਕ ਰਹੀ ਆ। ਸਰਕਾਰ ਨੇ ਸਿਰਫ ਇੰਨਾ ਕੁ ਕੰਮ ਕਰਨਾ ਹੈ ਕਿ ਇਹਨਾਂ ਜੋ ਰਿਟਸ ਪਈਆਂ ਨੇ ਕੋਰਟ ਦੇ ਵਿੱਚ, ਉਹਦੇ ਜਵਾਬ ਦਾਇਰ ਕਰਨੇ ਆ। ਉਹਦੇ ਜਵਾਬ ਹੀ ਦਾਇਰ ਨਹੀਂ ਕਰ ਰਹੀ, ਸਿਰਫ ਇੰਨੀ ਕੁ ਗੱਲ ਪਿੱਛੇ ਸਾਡੀ ਭਰਤੀ ਆ ਜਿਹੜੀ ਲਟਕੀ ਹੋਈ ਆ। ਔਰ ਮੈਨੂੰ ਲੱਗਦਾ ਕਿ ਬਾਕੀ ਸਾਰੀਆਂ ਭਰਤੀਆਂ ਵੀ ਇਸੇ ਕਰਕੇ ਲਟਕੀਆਂ ਹੋਈਆਂ ਨੇ। ਔਰ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਸਾਡਾ ਸੰਘਰਸ਼ ਆ ਜਿਹੜਾ ਹੋਰ ਤੇਜ਼ ਹੋਊਗਾ। ਹਰੇਕ ਫਰੰਟ ਤੇ ਸਰਕਾਰ ਨੂੰ ਘੇਰਿਆ ਜਾਊਗਾ। ਬਿਲਕੁਲ, ਜੇ ਗੱਲ ਕਰੀਏ ਵੀ ਪਿਛਲੇ 5 ਸਾਲਾਂ 'ਚ ਤਾਂ ਕੀਤਾ ਕੁਛ ਨਹੀਂ, ਅੱਗੋਂ ਫਿਰ ਜਿਹੜੇ ਲਾਰੇ ਲੱਗਣੇ ਸ਼ੁਰੂ ਹੋ ਗਏ, ਕਿਸ ਤਰ੍ਹਾਂ ਦੇਖਦੇ ਹੋ? ਸਰ ਕੁਛ ਵੀ ਨਾ ਸੁਨਹਿਰੀ ਭਵਿੱਖ ਨਹੀਂ ਨਜ਼ਰ ਆ ਰਿਹਾ ਸਾਨੂੰ, ਟੀਚਰਸ ਦਾ ਵੀ ਤੇ ਨਾਲ ਸਟੂਡੈਂਟਸ ਦਾ ਵੀ। ਮੈਂ ਤਾਂ ਇਹ ਕਹਾਂਗੀ, ਜਿਸ ਤਰ੍ਹਾਂ ਅਸੀਂ ਕਹਿੰਦੇ ਆ ਕਿ ਟੀਚਰ ਦੇ ਹੱਥ ਸਟੂਡੈਂਟ ਦਾ ਭਵਿੱਖ ਹੁੰਦਾ ਹੈ, ਜੇ ਬੱਚਿਆਂ ਦਾ ਭਵਿੱਖ ਹੀ ਅੰਧਕਾਰ 'ਚ ਹੋ ਗਿਆ, ਟੀਚਰ ਦੀ ਕੀ ਵੈਲਿਊ ਰਹਿ ਜਾਣੀ ਹੈ। ਮੈਂ ਤਾਂ ਇਸ ਗੱਲ ਦਾ ਮੈਨੂੰ ਬੜਾ ਦੁੱਖ ਹੁੰਦਾ ਕਿ ਜਦੋਂ +2 ਪੜ੍ਹਿਆ ਬੱਚਾ, ਹਰ ਇੱਕ ਦਾ ਰੁਝਾਨ ਆ ਕਿ ਅਸੀਂ ਬਾਹਰ ਜਾ ਕੇ ਪੜ੍ਹਾਈ ਕਰਨੀ ਆ। ਇਹਦਾ ਮਤਲਬ ਕਿ ਸਾਡੀਆਂ ਸਰਕਾਰ ਦੀਆਂ ਨਲਾਇਕੀਆਂ ਨੇ। ਜੇ ਸਰਕਾਰਾਂ ਸਹੀ ਹੁੰਦੀਆਂ ਤੇ ਸਟੂਡੈਂਟਸ ਨੂੰ ਬਾਹਰ ਜਾਣ ਦੀ ਕੀ ਜ਼ਰੂਰਤ ਹੈ? ਚੋਣ ਜ਼ਾਬਤੇ ਤੋਂ ਪਹਿਲਾਂ ਕਿੰਨੀ ਵਾਰ ਜਿਹੜੇ ਸਿੱਖਿਆ ਮੰਤਰੀ ਤੁਹਾਡੇ ਨਾਲ ਮਿਲੇ? ਸਰ, ਚੋਣ ਜ਼ਾਬਤੇ ਤੋਂ ਪਹਿਲਾਂ ਛੱਡੋ ਕਿ ਸਰਕਾਰੀ ਕਾਲਜ ਬਚਾਓ ਮੰਚ ਤੋਂ ਅਸੀਂ ਪਹਿਲਾਂ ਲੜਦੇ ਰਹੇ ਹਾਂ। ਲਗਾਤਾਰ 6 ਮਹੀਨੇ ਅਸੀਂ DPI ਆਫਿਸ ਨੂੰ ਵੀ ਪ੍ਰੋਟੈਸਟ ਕਰਦੇ ਰਹੇ ਹਾਂ। ਜਿਹੜੇ ਆਪਣੇ ਚੰਨੀ ਸਾਹਿਬ ਦਾ ਟੈਨਿਓਰ ਹੈ ਉਹਦਾ ਪਿਛਲੇ 111 ਦਿਨ ਹੈ। ਕੈਪਟਨ ਸਾਹਿਬ ਦੇ ਸਮੇਂ ਵੀ ਅਸੀਂ ਮਤਲਬ ਪ੍ਰੋਟੈਸਟ ਕੀਤਾ, ਉੱਥੇ ਮੀਟਿੰਗਾਂ ਹੋਈਆਂ। ਫਿਰ ਜਦੋਂ ਸਾਡੀ ਭਰਤੀ ਨਿਕਲੀ, ਉਹ ਤਾਂ ਗਿੰਦੇ ਹੀ ਨਹੀਂ ਨਾ, ਕੈਪਟਨ ਸਾਹਿਬ ਨੂੰ ਤਾਂ ਗਿੰਦੇ ਹੀ ਨਹੀਂ। ਉਹ ਤੇ 111 ਦਿਨਾਂ ਦਾ ਦੇਖਦੇ ਆ ਵੀ 111 ਦਿਨਾਂ ਦੇ ਵਿੱਚ ਜਿਹੜੇ ਕੰਮ ਕੀਤੇ ਉਹਨਾਂ ਦੇ ਉੱਪਰ ਵੋਟਾਂ ਮੰਗਦੇ ਨਜ਼ਰ ਆ ਰਹੇ। ਚਲੋ ਉਹਨਾਂ ਦਾ ਬਚਣ ਦਾ ਤਰੀਕਾ ਹੋਊਗਾ, ਪਰ ਅਸੀਂ ਤਾਂ ਜਦੋਂ ਗੱਲ ਕਰਾਂਗੇ, ਕਿਉਂਕਿ ਪਿਛਲੇ 26 ਸਾਲਾਂ ਤੋਂ ਭਰਤੀ ਨਹੀਂ ਹੋਈ, ਉਹਦੇ ਵਿੱਚ ਅਕਾਲੀ ਗਵਰਨਮੈਂਟ ਵੀ ਰਹੀ ਆ, ਕਾਂਗਰਸੀ ਗਵਰਨਮੈਂਟ ਵੀ ਰਹੀ ਆ, ਕੈਪਟਨ ਸਾਹਿਬ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਰਹੇ ਆ, ਤੇ ਉਸ ਤੋਂ ਬਾਅਦ ਹੁਣ CM ਚੰਨੀ ਵੀ ਰਹੇ ਆ, ਪਰ ਸਾਡਾ ਹੱਲ ਕੋਈ ਨਹੀਂ ਹੋਇਆ। ਇੰਨੇ ਮੁੱਖ ਮੰਤਰੀਆਂ ਤੋਂ ਮੇਰਾ ਵੀ ਸਵਾਲ ਇਹੋ ਹੀ ਹੈ, ਸਰਕਾਰ ਜਿਹੜੀ ਮਰਜ਼ੀ ਆ ਜੇ, ਪਰ ਅਧਿਆਪਕ ਵਿਦਿਆਰਥੀ ਸੜਕਾਂ ਤੇ ਹੀ ਰਹਿੰਦੇ, ਉਹਨਾਂ ਦੀ ਕਿਉਂ ਨਹੀਂ ਗੱਲਾਂ ਵੱਲ ਧਿਆਨ ਦਿੱਤਾ? ਕਿਉਂਕਿ ਸਰ ਮੈਨੂੰ ਲੱਗਦਾ ਇਹਨਾਂ ਨੂੰ ਕੋਈ ਮੁੱਦਾ ਹੀ ਨਹੀਂ ਲੱਗਦਾ ਕਿ ਇਹਨਾਂ ਦੇ ਪ੍ਰਾਈਮ ਏਜੰਡੇ ਤੇ ਇਹ ਹੈ ਹੀ ਨਹੀਂਗਾ ਕਿ ਸਾਡੇ ਪੰਜਾਬ ਦੇ ਬੱਚੇ ਆ ਉਹ ਪੜ੍ਹ ਜਾਣਗੇ, ਚੰਗੀ ਸਿੱਖਿਆ ਲੈ ਲੈਣਗੇ, ਉਹਨਾਂ ਨੂੰ ਚੰਗਾ ਰੁਜ਼ਗਾਰ ਮਿਲ ਜੂਗਾ। ਇਹਨਾਂ ਨੂੰ ਲੱਗਦਾ ਹੀ ਨਹੀਂ ਹੈ ਕਿ ਸਾਡਾ ਜਿਹੜਾ ਇਹ ਮੁੱਦਾ ਹੈਗਾ। ਅਸੀਂ ਵੀ ਇਸੇ ਕਰਕੇ ਇਸੇ ਲੜੀ ਦੇ ਵਿੱਚ ਕਿਹੜੇ ਜ਼ਿਲ੍ਹੇ ਤੋਂ? ਮੇਰਾ ਜ਼ਿਲ੍ਹਾ ਜਿਹੜਾ ਮੁਕਤਸਰ ਹੈ, ਤੇ ਤਹਿਸੀਲ ਮੈਨੂੰ ਗਿੱਦੜ ਬਹਾਦਰ। ਚੋਣਾਂ ਦਾ ਸਮੇਂ ਚੱਲ ਰਿਹਾ, ਜਿਹੜੇ ਤੁਹਾਡੇ ਕੋਲ ਵੋਟ ਮੰਗਣ ਲਈ ਆ ਰਹੇ ਆ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ, ਕੀ ਸਵਾਲ ਕਰਦੇ ਹੋ? ਮੈਂ ਤੁਹਾਨੂੰ ਉਦਾਹਰਨ ਦੇ ਦਿੰਦਾਗਾ। ਮਲੋਟ ਦੇ ਵਿੱਚ ਰੁਪਿੰਦਰ ਕੌਰ ਰੂਬੀ ਜਿਹੜੇ ਕਾਂਗਰਸ ਦੇ ਉਮੀਦਵਾਰ, ਉਹਨਾਂ ਦੇ ਚੋਣ ਦਫ਼ਤਰ ਦਾ ਉਦਘਾਟਨ ਸੀਗਾ, ਉੱਥੇ ਰਾਜਾ ਵੜਿੰਗ ਜੀ ਨੇ ਪਹੁੰਚਣਾ ਸੀਗਾ, ਬਕਾਇਦਾ ਉੱਥੇ ਮੈਂ ਪਹੁੰਚਿਆ ਸੀਗਾ। ਉੱਥੇ ਹੀ ਸਵਾਲ ਕੀਤੇ ਗਏ ਸੀਗੇ ਜਿਹੜੇ ਅਸੀਂ ਅੱਜ ਕਰ ਰਹੇ ਹਾਂ ਕਿ ਸਾਡੀ ਜਿਹੜੀ ਭਰਤੀ ਹੈ ਉਹ ਪਹਿਲਾਂ ਤੁਸੀਂ ਕੱਢੀ
ਸਾਡੀ, ਫਿਰ ਉਹਦੇ ਉੱਤੇ ਤੁਸੀਂ ਡਟ ਕੇ ਪੈਰਵਾਈ ਨਹੀਂ ਕਰ ਰਹੇ। ਸਾਡਾ ਭਵਿੱਖ ਰੋਲਣ ਲਈ ਤੁਸੀਂ ਕਿਉਂ ਤੋਲੇ ਹੋਏ? ਸਾਡੇ ਪਿੰਡ ਆਉਂਦੇ ਨੇ, ਅਸੀਂ ਉਹਨਾਂ ਨੂੰ ਪਿੰਡ ਵੀ ਸਵਾਲ ਕੀਤੇ ਆ। ਰਾਜਾ ਵੜਿੰਗ ਦੀ ਵਾਈਫ ਆਈ ਸੀ, ਉਹਨਾਂ ਨੂੰ ਵੀ ਅਸੀਂ ਬਕਾਇਦਾ ਇਹਨਾਂ ਦੇ ਮਸਲੇ ਨੂੰ ਲੈ ਕੇ ਸਵਾਲ ਕੀਤੇ ਸੀ। ਬਿਲਕੁਲ ਲੱਗਦਾ ਨਹੀਂ ਕਿ ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਦੋਂ ਉਮੀਦਵਾਰ ਆਉਂਦੇ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ ਕਿ ਗਲੀਆਂ ਨਾਲੀਆਂ ਦੇ ਵਿੱਚੋਂ ਨਿਕਲ ਕੇ ਜਿਹੜੇ ਰੋਜ਼ਗਾਰ, ਸਿੱਖਿਆ, ਸਵਾਸਥ ਦੀ ਗੱਲ ਕਰਨੀ ਚਾਹੀਦੀ ਹੈ। ਬਿਲਕੁਲ ਸਰ, ਸਵਾਲ ਕਰਨਾ ਬਣਦਾ ਹੈ। ਜਿਵੇਂ ਸਰ ਨੇ ਪਹਿਲਾਂ ਹੀ ਐਗਜ਼ਾਮਪਲ ਦਿੱਤੀ ਹੈ ਕਿ ਮਲੋੜ ਦੇ ਵਿੱਚ ਰਾਜਾ ਵੜਿੰਗ ਜੀ ਨੂੰ ਸਵਾਲ ਕੀਤਾ ਗਿਆ, ਉਸੇ ਤਰ੍ਹਾਂ ਮੈਂ ਸੁਨਾਮ ਸੰਗਰੂਰ ਜ਼ਿਲ੍ਹੇ ਤੋਂ ਮਾਨਸਾ ਜਾ ਕੇ ਅਸੀਂ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ ਸਵਾਲ ਕੀਤੇ ਨੇ, ਕਾਂਗਰਸ ਦੇ ਕੈਂਡੀਡੇਟਸ ਨੂੰ ਸਵਾਲ ਕੀਤੇ ਨੇ ਕਿ ਹਾਇਰ ਐਜੂਕੇਸ਼ਨ ਦਾ ਮੁੱਦਾ ਕਿਹੜੀ ਲਿਸਟ ਤੇ ਉਹਨਾਂ ਦੀ। ਉਹ ਇਸ ਮੁੱਦੇ ਨੂੰ ਤਾਂ ਕੋਈ ਉਠਾਉਂਦਾ ਹੀ ਨਹੀਂ, ਕਿਉਂਕਿ ਸਰਕਾਰਾਂ ਨੂੰ ਇਹ ਲੱਗਦਾ ਵੀ ਜੇ ਇਸ ਮੁੱਦੇ ਨੂੰ ਚੋਣ ਮੈਨੀਫੈਸਟੋ ਜਾਂ ਹਾਇਰ ਲਿਸਟ ਤੇ ਰੱਖਿਆ ਜਾਊਗਾ ਤਾਂ ਬੱਚੇ ਤਾਂ ਪੜ੍ਹ ਜਾਣਗੇ, ਫਿਰ ਉਹਨਾਂ ਤੋਂ ਹੀ ਸਵਾਲ ਕਰਨਗੇ। ਮੁੱਦਾ ਤਾਂ ਇਹੀ ਹੈ ਨਾ, ਇਸੇ ਕਰਕੇ ਹਾਇਰ ਐਜੂਕੇਸ਼ਨ ਨੂੰ ਤਾਂ ਕੋਈ ਆਪਣੀ ਲਿਸਟ ਤੇ ਰੱਖਦਾ ਹੀ ਨਹੀਂ। ਇਸੇ ਲਈ ਵਿਦਿਆਰਥੀਆਂ ਤੇ ਟੀਚਰਾਂ ਦਾ ਭਵਿੱਖ ਤੁਸੀਂ ਕੀ ਸਵਾਲ ਕੀਤਾ ਆਪਣੇ ਏਰੀਆ ਦੇ ਉਮੀਦਵਾਰ ਕੋਲ ਜਦੋਂ ਵੋਟ ਮੰਗਣ? ਹਾਇਰ ਐਜੂਕੇਸ਼ਨ ਲਈ ਉਹ ਕੀ ਕਰ ਰਹੇ ਨੇ? ਤੁਸੀਂ ਇਹ ਦੇਖੋ, ਪੰਜਾਬ ਦੇ ਵਿੱਚ 93 ਤਹਿਸੀਲਾਂ ਨੇ, 113 ਹਲਕੇ ਨੇ, 113 ਹਲਕਿਆਂ ਦੇ ਵਿੱਚ ਸਿਰਫ 47 ਸਰਕਾਰੀ ਕਾਲਜ ਨੇ। ਇੰਨੇ ਘੱਟ ਕਾਲਜ ਨੇ। ਹੋਰ ਕਾਲਜ ਬਣਾਉਣ ਦੇ ਲਈ ਪਿਛਲੇ 25 ਸਾਲਾਂ ਦੇ ਵਿੱਚ ਕਿੰਨੇ ਕੁ ਜਿਹੜੇ ਆ ਉਹ ਹੋਏ ਆ। ਕਾਂਗਰਸੀ ਸਰਕਾਰ ਨੇ ਕੀ ਇਹਦੇ ਲਈ ਅਹਿਮ ਕਦਮ ਉਠਾਏ ਨੇ? ਅਕਾਲੀਆਂ ਦੀ ਸਰਕਾਰ ਆਈ ਆ, ਉਹਨਾਂ ਨੇ ਕੀ ਅਹਿਮ ਕਦਮ ਉਠਾਏ? ਕੀ ਰਿਪਲਾਈ ਮਿਲਿਆ ਉਹਨਾਂ ਕੋਲ? ਰਿਪਲਾਈ ਤਾਂ ਉਹਨਾਂ ਕੋਲ ਕੋਈ ਵੀ ਨਹੀਂ ਹੁੰਦਾ ਜੀ। ਉਹਨਾਂ ਟਾਲ ਮਟੋਲ ਨਹੀਂ ਸਰ, ਦੇਖੋ ਨਹੀਂ ਸਰ, ਅਸੀਂ ਦੇਖੋ ਸਰ ਅਸੀਂ ਕੋਈ ਸੜਕ ਨਹੀਂ ਰੋਕੀ, ਸਰ ਗੈਦਰਿੰਗ 200-300 ਦੀ ਗੈਦਰਿੰਗ ਤਾਂ ਸਰ ਅਲਾਉਡ ਹੀ ਹੈ ਜੀ ਸਰ, ਸਾਡੀ ਓਡੀ ਨਹੀਂ ਸਰ। ਅਸੀਂ ਫਿਰ ਆਪਦੀ ਗੱਲ ਅਸੀਂ ਪ੍ਰੋਟੈਸਟ ਤਾਂ ਗੱਲ ਕਰਨਾ ਹੈ, ਸਾਡੀ ਪ੍ਰਗਟ ਸਿੰਘ ਗੱਲ ਸੁਣ ਲੈਣ। ਅਸੀਂ ਪ੍ਰਗਟ ਸਿੰਘ ਨੂੰ ਗੱਲ ਸੁਣਨਾ ਹੈ, ਸਾਡੀ ਗੱਲ ਸੁਣ ਲੈਣ, ਅਸੀਂ ਚਲੇ ਜਾਵਾਂਗੇ। ਨਹੀਂ ਸਰ, ਤੁਸੀਂ ਆਪ ਹੀ ਦੇਖੋ, ਅਸੀਂ ਗੱਲ ਸੁਣਵਾਉਣਾ ਹੈ, ਸਾਡੀ ਗੱਲ ਸੁਣ ਲੈਣ, ਅਸੀਂ ਚਲੇ ਜਾਵਾਂਗੇ। ਅਸੀਂ ਉਹਨਾਂ ਨਾਲ ਗੱਲ ਨਹੀਂ ਕਰ ਸਕਦੇ ਸਾਡੇ ਐਜੂਕੇਸ਼ਨ ਦੇ। ਸਰ ਇਦੋਂ ਘੱਟ ਦੀ ਗੱਲ ਸੁਣੀ ਨਹੀਂ, ਜੇ ਆਏ ਆ ਪਹਿਲਾਂ ਵੀ ਆਏ ਸਰ ਅਸੀਂ ਬੈਨਰ ਨਾਲ ਸਰ ਅਸੀਂ ਉਹਨਾਂ ਦਾ ਕੋਈ ਰਾਹ ਰੋਕ ਲਿਆ ਜੀ। ਨਹੀਂ ਸਰ, ਦੇਖੋ ਸਰ 200-300 ਦੀ ਗੱਲ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈਗੀ ਡੀਅਰ, ਗੱਲ ਸੁਣੋ ਮੇਰੀ ਗੱਲ, ਜਾਂ ਤੇ ਪਰਮਿਸ਼ਨ ਲੈ ਕੇ ਆ ਜਾਓ, ਠੀਕ ਹੈ ਨਾ? ਨਹੀਂ ਸਰ, ਜੇ ਉਦਾਂ ਆਪਾਂ ਕੋਈ ਨਾ ਕੋਈ ਪ੍ਰੋਟੈਸਟ ਕਰ ਸਕਦੇ, ਸਰ ਸਾਡੀ ਗੱਲ ਸੁਣੋ, ਅਸੀਂ ਨਾ ਧਰਨਾ ਲਾਇਆ, ਅਸੀਂ ਤਾਂ ਗੱਲ ਕਰਨਾ ਹੈ, ਸਾਡੀ ਗੱਲ ਸੁਣੋ। ਆਹ ਗੱਲ ਕਰਨ ਦਾ ਤਰੀਕਾ ਵੇ ਆਊਟ ਹੈ ਸਰ। ਅਸੀਂ ਇਸ ਤੋਂ ਪਹਿਲਾਂ ਲਗਾਤਾਰ ਕੋਸ਼ਿਸ਼, ਦੇਖੋ ਸਰ ਲਗਾਤਾਰ ਕੋਸ਼ਿਸ਼ ਜਿਹੜੀ ਚੱਲਦੀ ਨੇ ਪਹਿਲਾਂ। ਨਹੀਂ ਸਰ, ਪਹਿਲਾਂ ਨਹੀਂ ਸਰ, ਇੱਕ ਮਿੰਟ ਸਾਡੀ ਗੱਲ ਵੀ ਸੁਣੋ। ਇੱਕ ਮਿੰਟ, ਤੁਸੀਂ ਮੀਟਿੰਗ ਕਰਦੇ ਰਹੇ, ਹਰ ਵਾਰੀ ਮੀਟਿੰਗ ਤੁਹਾਡੀ ਹੁੰਦੀ ਰਹੀ ਹੈ। ਹੁਣ ਵੀ ਸਰ ਅਸੀਂ ਮੀਟਿੰਗ ਲੈਣ ਦੀ ਕੋਸ਼ਿਸ਼ ਕੀਤੀ ਸੀ, ਮੀਟਿੰਗ ਸਾਨੂੰ ਮਿਲੀ ਨਹੀਂ। ਸਾਡਾ ਕੋਈ ਫੋਨ ਨਹੀਂ ਚੱਕਿਆ ਜਾਂਦਾ, ਕੋਈ ਫੋਨ ਨਹੀਂ ਚੱਕਿਆ ਜਾਂਦਾ, ਪੀਏ ਆਫਿਸ ਦੇ ਵਿੱਚੋਂ ਕੋਈ ਗੱਲ ਨਹੀਂ। ਵਾਰ ਮੰਗ ਪੱਤਰ ਦਿੱਤਾ, ਉਹ ਕਹਿ ਦਿੰਦੇ ਫਿਰ ਸਾਡਾ ਕੀ ਨਾਮ ਹੈ? ਮੈਡਮ ਸਾਈਡ ਤੇ ਹੋ ਜਾਓ। ਕਿੱਥੋਂ ਦਾ ਰਹਿਣ ਵਾਲਾ? ਮੈਂ ਬਠਿੰਡਾ ਦਾ ਰਹਿਣ ਵਾਲਾ। ਬਠਿੰਡਾ ਦਾ ਸਾਡਾ ਨਾਮ ਕੀ ਹੈ? ਹਰਤੇਜ ਸਿੰਘ। ਬਠਿੰਡਾ ਕਿਹੜੀ ਜਗ੍ਹਾ? ਬਠਿੰਡਾ ਖਾਸ। ਬਠਿੰਡਾ ਖਾਸ ਕੀ ਐਡਰੈਸ ਹੈ? ਬਠਿੰਡਾ ਸ਼ਹਿਰ ਦੇ ਵਿੱਚ ਜੀ। ਫਿਰ ਦੇਖੋ ਜਸਪ੍ਰੀਤ, ਹੁਣ ਸਾਨੂੰ ਵੇਖੋ, ਸਾਨੂੰ ਵੀ ਅਸੀਂ ਨਹੀਂ ਸਰ, ਤੁਸੀਂ ਇੱਕ ਵਾਰ ਸਾਡੀ ਗੱਲ ਸੁਣੋ, ਤੁਸੀਂ ਸਾਡੀ ਗੱਲ ਸੁਣੋ। ਹਾਂ ਸਰ, ਦੇਖੋ ਅਸੀਂ ਪਿਛਲੇ ਮਤਲਬ 2 ਮਹੀਨਿਆਂ ਤੋਂ ਅਸੀਂ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੀ ਗੱਲ ਸੁਣੀ ਜਾਵੇ। ਅਸੀਂ ਇੱਕ ਵਾਰ ਪ੍ਰਗਟ ਸਿੰਘ ਜੀ ਨੂੰ ਮਿਲ ਕੇ ਗਏ, ਇਹਨਾਂ ਨੇ ਕਿਹਾ ਵੀ ਤੁਹਾਡੀ ਅਸੀਂ ਗੱਲ ਸੁਣਾਂਗੇ। ਇਹਦੇ ਬਾਵਜੂਦ ਹੁਣ ਪਿਛਲੇ ਜਿਹੜੀ ਸੁਣਵਾਈ ਹੋਈ ਹੈ ਉੱਥੇ ਕੋਈ ਗੱਲ ਨਹੀਂ ਸੁਣੀ ਗਈ। ਉਸ ਤੋਂ ਬਾਅਦ ਅਸੀਂ ਤੁਰੰਤ ਇਹਨਾਂ ਦੇ ਪੀਏ ਸਾਹਿਬ ਨੂੰ, ਇਹਨਾਂ ਦੇ ਆਫਿਸ ਦੇ ਵਿੱਚ ਗੱਲ ਕੀਤੀ ਹੈ, ਕੋਈ ਗੱਲ ਹੀ ਨਹੀਂ ਸੁਣ ਰਿਹਾ। ਫਿਰ ਅਸੀਂ ਹੁਣ ਜੇ ਇਕੱਠੇ ਹੋ ਕੇ ਆਵਾਂ ਫੇਰ ਹੀ ਸਾਡੀ ਗੱਲ ਸੁਣਗੇ, ਇਸ ਤਾਂ ਗੱਲ ਸੁਣਾਉਣ ਆਏ ਆ ਜੀ। ਹੁਣ ਤੁਸੀਂ ਇਕੱਠੇ ਨਹੀਂ ਨਾ ਹੋ ਸਾਡੇ ਅਸੀਂ ਜੀ ਸਾਡਾ ਜਿਉਣ ਮਰਨ ਦਾ ਸਵਾਲ ਹੈ ਜੀ, ਅਸੀਂ ਇਕੱਠੇ ਕਿਉਂ ਨਾ ਹੋਈਏ ਜੀ? ਸਾਡੀ 25 ਸਾਲਾਂ ਬਾਅਦ ਭਰਤੀ ਆਈ ਸਰ, ਤੁਹਾਡੇ ਵੀ ਬੱਚੇ ਪੜ੍ਹਦੇ ਹੋਣਗੇ ਜੀ, ਗੱਲ ਵੀ ਸੁਣੋ। ਤੁਸੀਂ ਦੱਸੋ ਵੀ ਅਸੀਂ ਕੋਈ ਰੋਡ ਬਲੌਕ ਕੀਤਾ ਸਰ? ਅਸੀਂ ਕੋਈ ਰੋਡ ਬਲੌਕ ਕੀਤਾ? ਅਸੀਂ ਕੋਈ ਰੋਡ ਬਲੌਕ ਕੀਤਾ? ਅਸੀਂ ਕੋਈ ਇਸ ਤਰ੍ਹਾਂ ਦੀ ਕੋਈ ਨਾਅਰੇਬਾਜ਼ੀ ਕੀਤੀ? ਸਰ ਇਹ ਦੱਸੋ। ਦੇਖੋ ਗੱਲ ਸੁਣੋ, ਹੁਣ ਪ੍ਰੋਟੈਸਟ ਸਰ ਨਹੀਂ ਸਰ, ਪ੍ਰੋਟੈਸਟ ਹੈ ਹੀ ਨਹੀਂ ਜੀ ਸਰ। ਅਸੀਂ ਤਾਂ ਗੱਲ ਆਇਆ, ਤੁਸੀਂ ਉਹਨੂੰ ਮਿਲਾ ਦਿਓ ਜੀ। ਅਸੀਂ ਗੱਲ ਕਰਨ ਆਏ ਹਾਂ ਜੀ ਉਹਨਾਂ ਨਾਲ। ਸਾਡੀ ਸੁਣਵਾਈ ਕਰਵਾ ਦਿਓ। 25 ਸਾਲਾਂ ਬਾਅਦ ਜੋ ਮਿਲਣਾ ਚਾਹਣਗੇ ਤਾਂ ਤੁਹਾਨੂੰ ਮਿਲ ਲੈਣਗੇ, ਜੇ ਨਹੀਂ ਚਾਹਣਗੇ ਫਿਰ ਅਸੀਂ ਜੇ ਹੁਣ ਸਾਡੀ ਗੱਲ ਨਹੀਂ ਸੁਣਨਗੇ, ਫਿਰ ਅਸੀਂ ਇੱਕ ਦੋ ਜੇ ਤੁਹਾਨੂੰ ਲੱਗਦਾ ਵੀ ਪਰਮਿਸ਼ਨ ਚਾਹੀਦੀ ਹੈ, ਤੁਹਾਨੂੰ ਐ ਲੱਗਦਾ ਵੀ 2 ਜਣੇ 4 ਜਣੇ ਬਹਿ ਜਾਂਦੇ, ਮੈਂ 2 ਜਣੇ ਬਹਿ ਜਾਾਂਗੇ, ਸਾਡਾ ਤਾਂ ਜਿਉਣ ਮਰਨ ਦਾ ਸਵਾਲ ਹੋਇਆ ਪਿਆ ਜੀ। ਫਿਰ ਅਸੀਂ ਹੁਣ ਕਿਹਦੀ ਗੱਲ ਸੁਣੀਏ? ਦੇਖੋ ਧਰਨੇ ਤੇ ਪ੍ਰੋਟੈਸਟ ਸਾਰੇ ਬੰਦ। ਨਹੀਂ ਸਰ, ਤੁਹਾਡੀ ਗੱਲ ਜਾਇਜ਼ ਹੈ। ਇਹ ਦੇਖੋ, ਸਾਡਾ ਦੇਖੋ, ਨਹੀਂ ਸਰ, ਨਹੀਂ ਮੇਰੀ ਗੱਲ ਸੁਣੋ ਸਰ, ਸਾਡਾ ਉਸ ਤਰ੍ਹਾਂ ਕੋਈ ਪ੍ਰੋਟੈਸਟ ਨਹੀਂ, ਨਾ ਤਾਂ ਦੇਖੋ ਅਸੀਂ ਕੋਈ ਰੋਡ ਬਲੌਕ ਕੀਤੀ ਹੈ ਸਰ, ਠੀਕ ਹੈ? ਇਕੱਠੇ ਬੰਦੇ ਕਰਕੇ ਲੈ ਰੋਡ ਬਲੌਕ ਤਾਂ ਨਹੀਂ ਕੀਤੀ, ਅਸੀਂ ਗੱਲ ਸੁਣਵਾਉਣੀ ਹੈ ਜੀ। ਦੇਖੋ ਜੀ, ਦੇਖੋ ਇਲੈਕਸ਼ਨ ਸਾਰੇ ਕੈਂਡੀਡੇਟ ਆ ਜੀ, ਬੰਦੇ ਨਹੀਂ ਹੈ, ਸਾਰੇ ਸਿਲੈਕਟਡ ਨੇ। ਮੈਂ ਖੁਦ PhD ਹਾਂ ਜੀ, ਪੰਜਾਬੀ ਦੇ PhD ਨੇ ਜੀ, ਪ੍ਰੋਫੈਸਰ ਹਾਂ ਅਸੀਂ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ। ਅਸੀਂ ਕਾਲਜਾਂ ਦੇ ਵਿੱਚ ਆਲਰੇਡੀ ਪੜ੍ਹਾ ਰਹੇ ਪ੍ਰੋਫੈਸਰ ਹਾਂ, ਸਾਡਾ ਕੋਈ ਮਨਸ਼ਾ ਨਹੀਂ ਹੈ। ਇਹ ਸਾਡਾ ਕੋਈ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਆ ਜੀ, ਬਿਲਕੁਲ ਕਰ ਸਕਦੇ ਆ ਜੀ। AG ਆਫਿਸ ਦੇ ਵਿੱਚ ਫੋਨ ਕਰ ਸਕਦੇ ਆ, DP ਆਫਿਸ ਦੇ ਵਿੱਚ ਫੋਨ ਕਰ ਸਕਦੇ ਆ, ਜਿਨ੍ਹਾਂ ਨੇ ਤਰੀਕ ਲੈ ਕੇ ਦੇਣੀ ਹੈ। ਸਾਡੀ ਮੰਗ ਕੀ ਆ? ਅਸੀਂ ਰਿਪਲਾਈ ਫਾਈਲ ਅਸੀਂ ਇਹਨਾਂ ਤੋਂ ਕੁਝ ਹੋਰ ਨਹੀਂ ਕਰ ਰਹੇ, ਇਹਨਾਂ ਨੂੰ ਇਲੈਕਸ਼ਨ ਦੀ ਹੋਈ ਹੈ ਜੀ, ਸਾਡੇ ਜਿਉਣ ਮਰਨ ਦਾ ਸਵਾਲ ਆਗਾ। ਸਰ ਮੀਟਿੰਗ
ਕਰਵਾ ਦਿਓ, ਅਸੀਂ ਅਸੀਂ ਤਾਂ ਮੀਟਿੰਗ ਹੀ ਲੈਣਾ ਹੈ, ਸਾਨੂੰ ਮੀਟਿੰਗ ਇਦੋਂ ਬਿਨਾਂ ਦਿੱਤੀ ਨਹੀਂ। ਸਰ ਅਸੀਂ ਬਹੁਤ ਵਾਰ ਮੰਗ ਪੱਤਰ ਬਠਿੰਡੇ ਤੋਂ ਸਾਰੇ ਪੰਜਾਬ ਸਰ ਮੇਰੀ ਗੱਲ, ਕੋਈ ਬਠਿੰਡੇ ਤੋਂ ਨਹੀਂ ਜੀ, ਕੋਈ ਸਾਰੇ ਸਰ ਸਾਰੇ ਪੰਜਾਬ ਦੇ ਵਿੱਚੋਂ ਅਸੀਂ ਆਏ ਹੋਏ ਹਾਂ। ਚੰਡੀਗੜ੍ਹ ਤੋਂ ਆਏ ਜੀ, ਪਲੇਟਫਾਰਮ ਤੋਂ ਅਸੀਂ ਜੀ, ਸਾਡਾ ਕੋਈ ਸ਼ੌਂਕ ਥੋੜੀ ਹੈ ਵੀ ਅਸੀਂ ਕਿਉਂ ਆਵਾਂਗੇ? ਤੁਸੀਂ ਦੱਸੋ ਵੀ ਜੇ ਸਾਡੀ ਗੱਲ ਸੁਣੀ ਜਾਂਦੀ ਹੋਊਗੀ ਜਾਵਾਂਗੇ। ਕਿਸੇ ਨਾਲ ਕੋਈ ਤਾਂ ਹੋਊਗਾ ਜੀ, ਮੌਜੂਦ ਹੋਊਗਾ। ਹੁਣ ਆਪਦੇ ਹਲਕੇ 'ਚ ਹੀ ਹੋਣਗੇ ਜੀ, ਹਲਕੇ 'ਚ ਹੁਣ ਹਲਕੇ 'ਚ ਜਾ ਕੇ ਫਿਰ ਅਸੀਂ ਹਲਕੇ ਚਲੇ ਜਾਂਦੇ ਹਾਂ ਜੀ, ਫਿਰ ਉੱਥੇ ਜਾ ਵੜਨੇ ਹਾਂ ਜੀ। ਤੁਸੀਂ ਇਹ ਕਰ, ਪਰ ਇੱਥੇ ਹੁਣ ਜੋ ਹੈਗਾ ਹੀ ਕੋਈ ਨਹੀਂ, ਤੁਸੀਂ ਮੀਟਿੰਗ ਕਿੰਨਾ ਕਰੋਗੇ? ਸਰ ਇਹ ਤਾਂ ਹੋ ਹੀ ਨਹੀਂ ਸਕਦਾ ਜੀ, ਆਵਾਂਗੇ ਨਾ ਜਦੋਂ ਸਾਡੇ ਫੋਨ ਨਹੀਂ ਚੱਕੇ ਜਾ ਰਹੇ। ਤੁਹਾਡਾ ਕੀ ਨਾਮ ਹੈ? ਬਲਵਿੰਦਰ ਸਿੰਘ, ਸਨ ਆਫ ਸੁਖਦੇਵ ਸਿੰਘ। ਤੁਸੀਂ ਕਿੱਥੋਂ ਗਏ? ਚੰਡੀਗੜ੍ਹ ਤੋਂ ਆਏ। ਚੰਡੀਗੜ੍ਹ ਕਿਹੜੀ ਜਗ੍ਹਾ? ਮੈਂ 38 ਸੈਕਟਰ ਤੋਂ ਆਇਆ। 36 ਸੈਕਟਰ ਤੋਂ। ਹਾਂਜੀ। ਦੇਖੋ ਜੀ, ਗੱਲ ਅਸੀਂ ਤਾਂ ਇਹ ਹੈ ਵੀ ਅਸੀਂ ਉਹਨਾਂ ਨੂੰ ਗੱਲ ਦੀ ਸੁਣਵਾਈ ਕਰਨ ਆਏ ਹਾਂ, ਸਾਡੀ ਗੱਲ ਸੁਣ ਲੈਣ, ਅਸੀਂ ਤਾਂ ਕਹਿ ਨਹੀਂ ਇਹ ਆਏ ਹਾਂ। ਹੁਣ ਜੇ ਇੱਥੇ ਕੋਈ ਨਹੀਂ ਹੈਗਾ ਤਾਂ ਫਿਰ ਸਰ ਤੁਸੀਂ ਦੱਸੋ ਨਾ ਸਾਨੂੰ ਦੱਸੋ ਜੀ, ਕਿਸੇ ਘਰਾਂ ਦੇ ਬਾਹਰ ਥੋੜਾ ਇਕੱਠੇ ਹੋ ਕੇ ਸਰ ਘਰ ਕੋਈ ਆਮ ਬੰਦੇ ਦਾ ਘਰ ਨਹੀਂ ਨਾ, ਐਜੂਕੇਸ਼ਨ ਮਿਨਿਸਟਰ ਦਾ ਘਰ ਹੈ ਜੀ। ਜੱਜ ਹੁਣ ਤੇ ਇਸ ਟਾਈਮ ਕੋਡ ਆਫ ਕੰਡਕਟ ਲੱਗਾ ਹੋਇਆ। ਸਰ ਕੋਡ ਆਫ ਕੰਡਕਟ ਜੀ ਲੱਗਿਆ ਨਾ, ਕੋਡ ਆਫ ਕੰਡਕਟ ਵਿੱਚ ਇਹ ਝੂਠ ਬੋਲ ਰਿਹਾ ਕਿ 45 ਦਿਨਾਂ 'ਚ ਭਰਤੀ ਕਰਤੀ ਆ, ਉਹਦੇ ਖਿਲਾਫ ਤੁਸੀਂ ਐਕਸ਼ਨ ਲਓ। ਭਰਤੀ ਤਾਂ ਹੋਈ ਨਹੀਂ ਹੈਗੀ, 113 ਦਿਨ ਹੋ ਗਏ, ਰਿਪਲਾਈ ਨਹੀਂ ਫਾਈਲ ਕੀਤੇ ਗਏ। ਕੋਡ ਆਫ ਕੰਡਕਟ ਦੇ ਵਿੱਚ ਝੂਠੇ ਬਿਆਨ ਦਿੱਤੇ ਜਾ ਰਹੇ ਆ। ਕੀ ਕਹਿਣਾ ਪ੍ਰਸ਼ਾਸਨ ਦਾ, ਕੀ ਗੱਲਬਾਤ ਹੋਈ ਤੁਹਾਡੀ? ਦੇਖੋ ਜੀ, ਫਿਲਹਾਲ ਤਾਂ ਸਾਨੂੰ ਇਹ ਕਿਹਾ ਜਾ ਰਿਹਾ ਵੀ ਇੱਥੇ ਜੋ ਐਜੂਕੇਸ਼ਨ ਮਿਨਿਸਟਰ ਨੇ ਉਹ ਹੈਗੇ ਨਹੀਂ ਤੇ ਤੁਸੀਂ ਇਸ ਤਰ੍ਹਾਂ ਦੀ ਗੈਦਰਿੰਗ ਕਰ ਨਹੀਂ ਸਕਦੇ, ਪਰ ਅਸੀਂ ਮੀਡੀਆ ਮੈਂ ਇੱਕ ਸਵਾਲ ਹੋਰ ਤੋਂ ਪਹਿਲਾਂ ਕਰਨਾ ਚਾਹੁੰਦਾ ਵੀ ਚੋਣ ਦਾ ਪ੍ਰਚਾਰ ਕਰਨ ਲਈ ਗੈਦਰਿੰਗ ਹੋ ਸਕਦੀ ਹੈ, ਆਪਣੇ ਹੱਕਾਂ ਦੇ ਗੱਲ ਰੱਖਣ ਦੀ ਗੈਦਰਿੰਗ? ਬਿਲਕੁਲ ਸਰ, ਚੋਣ ਪ੍ਰਚਾਰ ਕਰਨ ਦੇ ਲਈ ਮਤਲਬ 200 400 ਦੀਆਂ ਗੈਦਰਿੰਗਾਂ ਹੋ ਰਹੀਆਂ। ਇਲੈਕਸ਼ਨ ਕਮਿਸ਼ਨ ਇਨਡੋਰ ਮਤਲਬ 500 ਦੀ, ਆਊਟਡੋਰ 1000 ਦੀ ਗੈਦਰਿੰਗ ਅਲਾਉ ਕਰਦਾ। ਅਸੀਂ ਸਿਰਫ 50-60 ਕੈਂਡੀਡੇਟ ਆ, ਅਲੱਗ-ਅਲੱਗ ਹਲਕਿਆਂ ਤੋਂ ਆਏ ਹੋਏ ਕੈਂਡੀਡੇਟ ਆ, ਸਾਰੇ ਐਮਫਿਲ PhD UGC ਨੈਟ ਕੁਆਲੀਫਾਈਡ ਕੈਂਡੀਡੇਟ ਨੇ, ਕਾਲਜਸ ਦੇ ਵਿੱਚ ਪੜ੍ਹਾ ਰਹੇ ਅਸਿਸਟੈਂਟ ਪ੍ਰੋਫੈਸਰ ਨੇ। ਅਸੀਂ ਬਹੁਤ ਸਲੀਕੇ ਨਾਲ ਆਪਦੀ ਗੱਲ ਕਹਿਣਾ ਚਾਹੁੰਦੇ ਹਾਂ, ਸਾਡੀ ਸਲੀਕੇ ਨਾਲ ਵੀ ਗੱਲ ਨਹੀਂ ਸੁਣੀ। ਨਹੀਂ, ਜਿਹੜਾ ਉਹਨਾਂ ਦਾ ਪ੍ਰਸ਼ਾਸਨ ਦਾ ਰਵੱਈਆ ਉਹ ਕਿਵੇਂ ਦਾ ਸੀ? ਦੇਖੋ, ਪ੍ਰੋਫੈਸਰਾਂ ਦਾ ਰਵੱਈਆ, ਪ੍ਰਸ਼ਾਸਨ ਦਾ ਰਵੱਈਆ ਫਿਲਹਾਲ ਸਾਨੂੰ ਟਾਲਣ ਦਾ, ਸਾਨੂੰ ਇੱਥੋਂ ਖਦੇਣ ਦਾ ਰਵੱਈਆ, ਅਸੀਂ ਇਸ ਰਵੱਈਏ ਦੀ ਵੀ ਨਿੰਦਿਆ ਕਰਦੇ ਹਾਂ। ਸਾਡੀ ਸਿਰਫ ਇੰਨੀ ਡਿਮਾਂਡ ਆ ਵੀ ਪ੍ਰਗਟ ਸਿੰਘ ਜੀ ਸਾਡੀ ਗੱਲ ਧਿਆਨ ਨਾਲ ਸੁਣਨ, ਸਾਨੂੰ ਕੋਈ ਭਰੋਸਾ ਦੇਣ ਤਾਂ ਕਿ ਸਾਡੇ ਮਨਾਂ 'ਚ ਸ਼ਾਂਤੀ। ਜਦੋਂ ਸੱਤਾ ਦੇ ਵਿੱਚ ਸੀ ਉਦੋਂ ਤਾਂ ਮਿਲੇ ਨਹੀਂ, ਕੀ ਲੱਗਦਾ ਹੁਣ ਮਿਲਣਗੇ ਤੁਹਾਨੂੰ? ਨਹੀਂ ਸਰ, ਅਸੀਂ ਤਾਂ ਉਹਨਾਂ ਨੂੰ ਮਿਲਣ ਦੇ ਲਈ ਹੀ ਆਏ ਆ, ਅੱਗੇ ਉਹਨਾਂ ਤੇ ਡਿਪੈਂਡ ਕਰਦਾ ਵੀ ਉਹ ਮਿਲਣਾ ਚਾਹੁੰਦੇ ਨੇ ਜਾਂ ਨਹੀਂ ਮਿਲਣਾ ਚਾਹੁੰਦੇ। ਬਿਲਕੁਲ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਰਨ ਜਿਹੜੇ ਲੋਕ बैरिकेडिंग ला के सारा कुछ बंद कर दिया तो फिर दोबारा 1100 टीचर ਵੱਖ-ਵੱਖ ਜਗ੍ਹਾ ਤੋਂ ਆਏ ਨੇ, ਪੁਲਿਸ ਵਾਲਿਆਂ ਨੇ ਕਹਿਣਾ ਕਿ ਤੁਹਾਡੇ ਕੋਲ ਪਰਮਿਸ਼ਨ ਨਹੀਂ। ਪਰਮਿਸ਼ਨ ਆਪਦੀ ਗੱਲ ਰੱਖਣ ਦੀ ਸਾਡੇ ਕੋਲ ਹੈਗੀ ਹੈਗੀ। ਪਰਮਿਸ਼ਨ ਦਾ ਕੀ ਹੈਗਾ? ਸਾਡੇ ਇਹ ਸਿੱਖਿਆ ਮੰਤਰੀ ਰਹੇ ਆ, ਇਹਨਾਂ ਕੋਲ ਸਾਡਾ ਮਸਲਾ, ਅਸੀਂ ਇਹਨਾਂ ਨੂੰ ਆਪਣੇ ਮੰਗ ਪੱਤਰ ਦੇ ਚੁੱਕੇ ਆ, ਫੋਨ ਕਰ ਚੁੱਕੇ ਆ, ਸਾਡੀ ਕੋਈ ਵੀ ਜਦੋਂ ਸੁਣਵਾਈ ਨਹੀਂ ਹੋ ਰਹੀ ਤਾਂ ਫਿਰ ਅਸੀਂ ਕੀ ਕਰਾਂਗੇ? ਅਸੀਂ ਇਹਨਾਂ ਕੋਲ ਗੱਲ ਹੀ ਆਪਣੀ ਕਹਿਣ ਆਏ ਆ ਨਾ, ਪਰਮਿਸ਼ਨ ਦੀ ਕੀ ਗੱਲ ਹੈ? ਕਾਂਗਰਸ ਪਾਰਟੀ ਨੇ 50 ਸਾਲਾਂ ਦੇ ਵਿੱਚ ਕੋਈ ਕੰਮ ਕੀਤਾ ਪੰਜਾਬ ਦੇ ਵਿੱਚ? ਨਹੀਂ, ਇਹ ਕੱਲੀ ਕਾਂਗਰਸ ਦੀ ਗੱਲ ਨਹੀਂ। 10 ਸਾਲ 15 ਸਾਲ ਅਕਾਲੀ ਆਏ ਆ, ਪਿਛਲੇ 25 ਸਾਲਾਂ 'ਚ 10 ਸਾਲ ਕਾਂਗਰਸ ਆਈ ਆ, 25 ਸਾਲਾਂ ਦੇ ਵਿੱਚ ਇੱਕ ਵੀ ਭਰਤੀ ਨਹੀਂ ਹੋਏਗੀ। ਤਾਂ ਸਰਕਾਰੀ ਸਾਡਾ ਇਸ਼ੂ ਇਹ ਹੈਗਾ ਕਿ ਭਰਤੀ ਕੀਤੀ ਜਾਵੇ, ਸਰਕਾਰੀ ਕਾਲਜ ਬੰਦ ਹੋ ਰਹੇ ਆ। ਹਾਂ ਦੱਸੋ ਸਰ। ਅਸੀਂ 1158 ਸੈਕਟਰ ਸਰਪੰਚ ਨਹੀਂ ਹੋਏ ਸਰ। ਅਸੀਂ ਪ੍ਰਗਟ ਸਿੰਘ ਜੀ ਦੇ ਆਫਿਸ ਵਾਰ-ਵਾਰ ਕੋਸ਼ਿਸ਼ ਕਰ ਰਹੇ ਹਾਂ ਸਾਡੀ ਗੱਲ ਸੁਣੀ ਜਾਵੇ, ਪੀਏ ਨੂੰ ਵਾਰ-ਵਾਰ ਕਿਹਾ ਜਾ ਰਿਹਾ, ਸਾਡੀ ਸਿਰਫ ਗੱਲ ਵੀ ਨਹੀਂ ਸੁਣੀ ਜਾ ਰਹੀ। ਮੇਰਾ ਨਹੀਂ ਹੈਗਾ ਕੋਡ ਲੱਗਿਆ, ਤੁਸੀਂ ਨਹੀਂ ਕਰ ਸਕਦੇ। ਨਹੀਂ ਸਰ, ਅਸੀਂ ਸਿਰਫ ਕੋਈ ਸਰ ਪ੍ਰੋਟੈਸਟ ਨਹੀਂ ਸਰ, ਇੱਕ ਮਿੰਟ, ਅਸੀਂ ਪ੍ਰੋਟੈਸਟ ਨਹੀਂ ਕਰ ਰਹੇ, ਅਸੀਂ ਮਿਲਣਾ ਹੈ ਵੀ ਸਾਨੂੰ ਮੀਟਿੰਗ ਕਰਵਾ ਦਿਓ। ਤੁਸੀਂ ਟਾਈ ਅਪ ਕੀਤਾ ਸਰ? ਅਸੀਂ ਸਰ ਬਾਰ-ਬਾਰ ਇਹਨਾਂ ਦੇ ਆਫਿਸ ਫੋਨ ਕੀਤੇ ਨੇ ਜੀ, ਉਹ ਕਰਦੇ ਹੀ ਨਹੀਂ ਸਰ। ਅਸੀਂ ਇਹਨਾਂ ਦੇ ਪੀਏ ਨੂੰ ਫੋਨ ਕੀਤੇ ਨਹੀਂ ਸਰ। ਅਸੀਂ ਕੋਈ ਪ੍ਰੋਟੈਸਟ ਨਹੀਂ, ਮਤਲਬ ਸਾਨੂੰ ਇਹ ਦੱਸ ਦਿਓ ਵੀ ਅਸੀਂ ਇਹਦਾ ਕੀ ਹੱਲ ਕਰੀਏ ਵੀ ਸਾਨੂੰ ਫਿਰ ਸਰ ਤੁਸੀਂ ਤਾਂ ਸਾਡੇ ਨਹੀਂ ਪਤਾ ਸਰ, ਤੁਸੀਂ ਪ੍ਰਸ਼ਾਸਨ ਨੂੰ ਤੁਸੀਂ ਸਰ ਮੌਕੇ ਦਾ ਪ੍ਰਸ਼ਾਸਨ ਅਸੀਂ ਤਾਂ ਮਿਲਣ ਆਏ ਆ ਜੀ, ਅਸੀਂ ਮਿਲਣ ਆਏ ਇਹਨਾਂ ਨੂੰ, ਸਾਨੂੰ ਮਿਲਵਾ ਦਿਓ। ਅਸੀਂ ਕੋਈ ਇਹਨਾਂ ਦਾ ਨੁਮਾਇੰਦਾ ਹੋਊਗਾ, ਅਸੀਂ ਕੋਈ ਹਾਂਜੀ ਘਰੇ ਹੈ ਕੋਈ ਨੁਮਾਇੰਦਾ ਹੋਊਗਾ ਜੀ ਇਹਨਾਂ ਦਾ ਘਰ, ਕੋਈ ਤਾਂ ਹੋਊਗਾ ਨਾ ਜੀ। ਆਓ ਸਾਈਡ ਤੁਸੀਂ ਨਹੀਂ ਇੱਕ ਮਿੰਟ ਨਹੀਂ ਇੱਕ ਮਿੰਟ ਗੱਲ ਸੁਣ ਲਓ ਸਾਡੀ ਇੱਥੇ, ਮਤਲਬ ਤੁਸੀਂ ਜੋ ਵੀ, ਅਸੀਂ ਇਹ ਨਹੀਂ ਹੈਗੇ, ਅਸੀਂ ਤੁਹਾਡੇ ਨਾਲ ਕੋਆਪਰੇਟ ਕਰਨ ਲਈ ਪੂਰੀ ਤਰ੍ਹਾਂ ਤਿਆਰ ਆ। ਅਸੀਂ ਸਿਰਫ ਇੱਕ ਮਿੰਟ ਜੀ, ਸਾਡੀ ਸੁਣਵਾਈ ਕਰ ਕਾਲਜਾਂ 'ਚ ਪੜ੍ਹੇ ਹੋਗੇ, ਪੰਜਾਬ ਦੇ ਕਾਲਜਾਂ 'ਚ 25 ਸਾਲਾਂ ਤੋਂ ਭਰਤੀ ਹੋਏ ਅਸੀਂ। ਮੇਰੇ ਕੋਲ ਪਹਿਲਾਂ ਆਇਆ, ਆਪਾਂ ਪਹਿਲਾਂ ਮਿਲੇ ਨਹੀਂ ਸਰ, ਤੇ ਫਿਰ ਹੁਣ ਤਾਂ ਕੋਡ ਲੱਗਿਆ। ਨਹੀਂ ਸਰ, ਅਸੀਂ ਪ੍ਰਗਟ ਸਿੰਘ ਜੀ ਨੂੰ ਪਹਿਲਾਂ ਮਿਲੇ ਹਾਂ ਜੀ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਪ੍ਰਗਟ ਸਿੰਘ ਜੀ ਨਾਲ ਮਿਲਣਾ ਨਹੀਂ ਹੱਲ ਕੀ ਕੰਮ ਸਰ। ਸਾਡਾ ਨਾ ਕੋਡ ਦੇ ਵਿੱਚ ਮਸਲਾ ਲੱਗਿਆ ਪਿਆ, ਇਹਨਾਂ ਦੇ ਅੰਡਰ ਡਿਪਾਰਟਮੈਂਟ ਆ, ਏਜੀ ਆ ਜਿਹੜੇ ਤੇ ਹਾਇਰ ਐਜੂਕੇਸ਼ਨ ਦਾ ਕੋਡ ਲੱਗਿਆ ਸਰ। ਉਹ ਗੱਲ ਫਿਰ ਕੋਡ ਦੇ ਵਿੱਚ ਕੰਮ ਤਾਂ ਸਰ ਕੋਡ ਆਫ ਕੰਡਕਟ ਦੇ ਵਿੱਚ ਹੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਏਜੀ ਨਾਲ ਗੱਲ ਕਰਾਂਗੇ, ਪਰ ਸੁਣਵਾਈ 'ਚ ਕੁਝ ਨਹੀਂ ਹੋ ਰਿਹਾ। ਤਨਖਾਹ ਮਿਲ ਰਹੀ ਆ, ਉਹ ਕੰਮ ਤਾਂ ਕਰ ਰਹੇ ਆ ਨਾ। ਪ੍ਰੈਰੋਗੇਟਿਵ ਸਾਡੇ ਨਹੀਂ ਸਰ, ਦੇਖੋ ਜਿਹੜੀ ਹੁਣ ਅਸੀਂ ਯਾਰ ਕੋਡ ਲੱਗਿਆ ਸਰ, ਜੇ ਕੋਡ ਲੱਗਿਆ ਨਾ, ਉਹ ਬੰਦੇ ਜਿਹੜੇ ਲਾਅ ਆਫੀਸਰ ਆ, ਐਡੀਸ਼ਨਲ DPI ਆ, DPI ਆ, ਹਾਇਰ ਐਜੂਕੇਸ਼ਨ ਦੇ ਸੈਕਟਰੀ ਆ, ਉਹ ਤਨਖਾਹ ਲੈ ਰਹੇ ਆ ਕੋਡ ਆਫ ਕੰਡਕਟ ਦੇ ਵਿੱਚ ਕੰਮ ਕਰਨ ਦੀ। ਤਾਂ ਉਹ ਕੰਮ
ਆਜੋ ਮੇਰਾ ਵੀਰ ਉੱਥੇ ਹਾਂ ਆਜੋ ਕਰਦੇ ਕੋਈ ਨਹੀਂ ਸਰ ਸਾਡੀ ਕੋਈ ਐਡਾ ਅਸੀਂ ਕੋਈ ਪ੍ਰੋਟੈਸਟ ਨਹੀਂ ਨਾ ਮੈਂ ਤੁਹਾਡਾ ਇਧਰ ਆਓ ਸ਼ਾਬਾਸ਼ ਇਧਰ ਆਓ ਇਧਰ ਆ ਕੇ ਕੋਈ ਨਹੀਂ ਕਰਦੇ ਰਾਜੀ ਕਿ ਪ੍ਰਸ਼ਾਸਨ ਵੱਲੋਂ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਸੀ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਾਰੇ ਇਕੱਠੇ ਸਾਰੇ ਉਸ ਸਾਈਡ ਗਏ ਨੇ ਇਹਨਾਂ ਨੇ ਇੱਥੇ ਬੈਠ ਉਹ ਨਹੀਂ ਕਰ ਸਕਦੇ ਕੋਰਟ ਤੋਂ ਪਹਿਲਾਂ ਆਏ ਆ ਸਰ ਆਏ ਆ ਜੀ ਸਰ ਕੋਡ ਆਫ ਕੰਡਕਟ ਦੇ ਵਿੱਚ ਵੀ ਸਾਨੂੰ ਇਹਨਾਂ ਨੇ ਕਿਹਾ ਅਸੀਂ ਆਏ ਆ ਸਰ ਅਸੀਂ ਆਏ ਸੀਗੇ ਸਾਨੂੰ ਨਹੀਂ ਹੈ ਯਾਰ ਕੁਝ ਉਹ ਕਹਿੰਦੇ ਸਰ ਇਹਨਾਂ ਨੇ ਕੋਡ ਆਫ ਕੰਡਕਟ ਦੇ ਵਿੱਚ ਵੀ ਕਿਹਾ ਸੀ ਅਸੀਂ ਤੁਹਾਡੀ ਭਰਤੀ ਸਿਰੇ ਚੜਾਵਾਂਗੇ ਉੱਥੇ ਵਕੀਲਾਂ ਨੂੰ ਕਿਹਾ ਸੀਗਾ ਤੋਂ ਬਾਅਦ ਹੀ ਆਏ ਜੀ ਹੁਣ ਹੋਰ ਆ ਰਹੀ ਉਹਨੇ ਸਰ ਅਸੀਂ ਕੋਈ ਯੂਨੀਅਨ ਅਸੀਂ ਧਰਨਾ ਲਾਉਣ ਨਹੀਂ ਆਏ ਜਿਹੜੇ ਰਿਕਵੈਸਟ ਲੈਣਾ ਸਰ ਅਸੀਂ ਰਿਕਵੈਸਟ ਵੀ ਨਹੀਂ ਕਰ ਸਕਦੇ ਜਿਹੜੇ ਚੱਕ ਕੇ ਲੈ ਧਰਨਾ ਹੀ ਹੁੰਦਾ ਹੈ ਹੁਣ ਅਸੀਂ ਆਪਦੀ ਚਲੋ ਯਾਰ ਚਲੋ ਮੰਗ ਕੀ ਹੈ ਯਾਰ ਸਰ ਦੇਖੋ ਜੀ ਸਾਡੀ ਗੱਲ ਤਾਂ ਧਿਆਨ ਨਾਲ ਸੁਣ ਲਓ ਅਸੀਂ ਫਿਰ ਵੀ ਐਮਫਿਲ ਪੀਐਚਡੀ ਵਿਦਿਆਰਥੀ ਹਾਂ ਜੀ ਲਓ ਨਾਮ ਬਤਾਓ ਸਾਰਿਆਂ ਦੇ ਨਾਮ ਆਓ ਯਾਰ ਇਧਰ ਆਓ ਸਾਰੇ ਇਧਰ ਆਓ ਵੀ ਸਾਰੇ ਇਧਰ ਚਲੋ ਚਲੋ ਇਧਰ ਆਓ ਆਇਓ ਸਾਰੇ ਇਧਰ ਸਰ ਸਾਡੀ ਯਾਰ ਸਰ ਗੱਲ ਨਹੀਂ ਆ ਜਾ ਮੇਰੇ ਕੋਲ ਦੋ ਬੰਦੇ ਲੈ ਕੇ ਨਹੀਂ ਤੁਸੀਂ ਸਾਡੀ ਗੱਲ ਚਲੋ ਯਾਰ ਸੁਣ ਲਓ ਨਾ ਇਧਰ ਆਓ ਯਾਰ ਸਰ ਐਟਲੀਸਟ ਉਹਨਾਂ ਦੀ ਗੱਲ ਤਾਂ ਸਰ ਗੱਲ ਤਾਂ ਸੁਣ ਲਓ ਅਸੀਂ ਧਰਨਾ ਅਸੀਂ ਨਹੀਂ ਲਾ ਰਹੇ ਯਾਰ ਹੁਣ ਜੱਜ ਕਰ ਹੈ ਨਹੀਂ ਧਰਨੇ ਦਾ ਹੀ ਰੂਪ ਹੈ ਜੀ ਨਹੀਂ ਨਹੀਂ ਸਰ ਆਓ ਜੀ ਇਧਰ ਆਓ ਸਾਰੇ ਇਧਰ ਆਓ ਤੂੰ ਨਾਮ ਲਿਖ ਸਰ ਅਸੀਂ ਨਹੀਂ ਸਰ ਦੇਖੋ ਸਰ ਕੋਡ ਲੱਗਿਆ ਹੈ ਇਲੈਕਸ਼ਨ ਕਰ ਰਹੇ ਤੁਸੀਂ ਕੀ ਕਰ ਰਹੇ ਹੋ ਅਸੀਂ ਸਿਰਫ ਇਹ ਜਾਣ ਲੈ ਕੇ ਆਏ ਵੀ ਸਾਡੀ ਉਹਨਾਂ ਦੇ ਕਿਸੇ ਨੁਮਾਇੰਦੇ ਨਾਲ ਕਰਾ ਦੇਣ ਦੀ ਗੱਲ ਤਾਂ ਕਰੋ ਯਾਰ ਸਰ ਅਸੀਂ ਕੋਈ ਪ੍ਰੋਟੈਸਟ ਚਲੋ ਸ਼ਾਬਾਸ਼ ਆਜੋ ਬੈਨਰ ਬਾਹਰ ਅੱਗੇ ਜਾ ਕੇ ਖੜ ਕੇ ਬੈਨਰ ਬੰਦ ਕਰ ਹੈ ਬੈਨਰ ਲੈ ਕੇ ਤੁਸੀਂ ਘਰ ਅੱਗੇ ਸਰ ਉਹਨਾਂ ਨੇ ਅਸੀਂ ਬਹੁਤ ਅਸੀਂ ਸਰ ਬਹੁਤ ਅਸੀਂ ਪੜ੍ਹੇ ਲਿਖੇ ਸਾਰੇ ਹੈਗੇ ਅਸੀਂ ਸਾਰੇ ਕਿਸੇ ਵੀ ਸਰ ਤੁਹਾਨੂੰ ਡਿਮਾਂਡ ਕਰ ਰਹੇ ਸੀ ਬੜੇ ਸਲੀਕੇ ਨਾਲ ਚਲੋ ਵੀ ਪਲੀਜ਼ ਸਰ ਮੈਨੂੰ ਦੱਸਿਆ ਜਦੋਂ ਆਣਾ ਸੀ ਇਸ ਲੀਕਾ ਹੋਵੇ ਤੁਸੀਂ ਦੱਸਿਆ ਸਰ ਅਸੀਂ ਪੀਏ ਆਫਿਸ ਦੱਸਿਆ ਫਿਰ ਜੀ ਤੁਸੀਂ ਇਹ ਕੀ ਹੈ ਇੰਟੀਮੇਟ ਕੀਤਾ ਪੀਏ ਆਫਿਸ ਕੀਤਾ ਐਡਮਿਨਿਸਟ੍ਰੇਸ਼ਨ ਨੂੰ ਇੰਟੀਮੇਟ ਕੀਤਾ ਨਹੀਂ ਸਰ ਇਹਨਾਂ ਦੇ ਨਹੀਂ ਆਫਿਸ ਤੁਸੀਂ ਇੰਟੀਮੇਟ ਕੀਤਾ ਕਿ ਸਰ ਅਸੀਂ ਗੱਲ ਰੱਖਣੀ ਹੈ ਸਮਝੇ ਸੀ ਮੇਰੇ ਪ੍ਰੋਟੈਸਟ ਹੋ ਗਿਆ ਤੁਸੀਂ ਇੰਟੀਮੇਟ ਕੀਤਾ ਕਿਸੇ ਨਹੀਂ ਸਰ ਪ੍ਰੋਟੈਸਟ ਕਰ ਆਓ ਇੱਧਰ ਆਓ ਜੀ ਅਸੀਂ ਪ੍ਰੋਟੈਸਟ ਹਜੇ ਵੀ ਨਹੀਂ ਕਰ ਰਹੇ ਸਰ ਅਸੀਂ ਤਾਂ ਵੀਡੀਓਗ੍ਰਾਫੀ ਕਰਕੇ ਸਾਰੇ ਨਾਲ ਵੀਡੀਓਗ੍ਰਾਫੀ ਕਰੋ ਸਤਵਿੰਦਰ ਆ ਯਾਰ ਇਧਰ ਆ ਸੁਜੀਤ ਲੈ ਕਾਗਜ਼ ਲਾਓ ਲਗਾ ਕਾਗਜ਼ ਉੱਤੇ ਗੱਡੀ 'ਚ ਵੇਲ ਸਾਰਿਆਂ ਦੀ ਵੀਡੀਓਗ੍ਰਾਫੀ ਕਰਕੇ ਨਾਮ ਸਾਨੂੰ ਇੰਟੀਮੇਟ ਕਰੋ ਕੋਈ ਗੱਲ ਹੈ ਦੋ ਬੰਦੇ ਆਓ ਹੈ ਸਰ ਅਸੀਂ ਦੋ ਬੰਦੇ ਨਹੀਂ ਇਹ ਨਹੀਂ ਹੈ ਤੁਸੀਂ ਹੁਣ ਕੀ ਸਰ ਸਾਡੀ ਮਤਲਬ ਇਹ ਗੱਲ ਨਹੀਂ ਸਕਦਾ ਵੀ ਸਾਨੂੰ ਕੋਈ ਨੁਮਾਇੰਦੇ ਨੂੰ ਮਿਲਾ ਦਿਓ ਕੁਝ ਵੀ ਮਿਲਾ ਦਿਓ ਤੁਸੀਂ ਪੜ੍ਹੇ ਲਿਖੇ ਜਮਾਤ ਤੋਂ ਸਰ ਪੜ੍ਹੇ ਲਿਖੇ ਪ੍ਰੋਟੈਸਟ ਕਰ ਰਹੇ ਹਾਂ ਸਰ ਤੁਸੀਂ ਅਸੀਂ ਕੋਈ ਗੱਲ ਨਹੀਂ ਜੀ ਇਹ ਤਰੀਕਾ ਨਹੀਂ ਹੈਗਾ ਤੁਸੀਂ ਪਹਿਲਾਂ ਆ ਜਾਓ ਹੁਣ ਕੋਡ ਲੱਗਿਆ ਅਸੀਂ ਪਹਿਲਾਂ ਵੀ ਆਏ ਹਾਂ ਜੀ ਤੇ ਬਾਕੀ ਵੀ ਤਾਂ ਆਏ ਆ ਪਹਿਲਾਂ ਸਰ ਅਸੀਂ ਪਹਿਲਾਂ ਵੀ ਆਏ ਸਾਨੂੰ ਇਹ ਕਿਹਾ ਗਿਆ ਸਾਡੀ ਜੀ ਤਰੀਕ ਨਹੀਂ ਬ੍ਰਦਰ ਇਹ ਤੈਨੂੰ ਆਪ ਪੜਿਆ ਲਿਖਿਆ ਹੈ ਤੈਨੂੰ ਸਾਰਾ ਪਤਾ ਹੈ ਯਾਰ ਨਹੀਂ ਸਰ ਹੁਣ ਤੁਸੀਂ ਦੱਸੋ ਜੀ ਫਿਰ ਅਸੀਂ ਕੀ ਕਰੀਏ ਜੀ ਤੁਸੀਂ ਨਾਮ ਲਿਖੋ ਚਲੋ ਜੀ ਡਿਸਪਰਸ ਹੋ ਸਾਰੇ ਚਲੋ ਇਹਨਾਂ ਦੇ ਜਿਹੜਾ ਮੇਨ ਹੈ ਕੀ ਨਾਮ ਹੈ ਤੁਹਾਡਾ ਸਰ ਕਿਸੇ ਨਾਲ ਵੀ ਨਹੀਂ ਕਰਵਾਉਂਦੇ ਨਹੀਂ ਮੈਂ ਮੇਰੀ ਜ਼ਿੰਮੇਵਾਰੀ ਨਹੀਂ ਤੇਰਾ ਕੀ ਨਾਮ ਹੈ ਤੁਹਾਡਾ ਕੀ ਨਾਮ ਬਲਵਿੰਦਰ ਆਪਣਾ ਐਡਰੈਸ ਦਿਓ ਸਾਰਾ ਚਲੋ ਮੈਂ ਦੱਸ ਦਿਓ ਸਰ ਇੱਕ ਮਿੰਟ ਸਰ ਮਤਲਬ ਕਿ ਸਾਡੀ ਹੁਣ ਕਿਸੇ ਨਾਲ ਵੀ ਕਿਸੇ ਨਾਲ ਵੀ ਨਹੀਂ ਕਰਵਾ ਸਕਦੇ ਪ੍ਰਗਟ ਸਿੰਘ ਦੇ ਕਿਸੇ ਨੁਮਾਇੰਦੇ ਨਾਲ ਨਹੀਂ ਮੈਨੂੰ ਮੈਂ ਕੋਡ ਲੱਗਿਆ ਮੈਂ ਮੇਰੀ ਜ਼ਿੰਮੇਵਾਰੀ ਹੈ ਯਾਰ ਇਹ ਕੋਡ ਲੱਗਿਆ ਹੋਇਆ ਨਹੀਂ ਤੁਸੀਂ ਇਹੀ ਤਾਂ ਕਹਿ ਰਹੇ ਜੀ ਸਾਡੇ ਤੋਂ ਪਰਮਿਸ਼ਨ ਲੈ ਕੇ ਤੁਸੀਂ ਕਰ ਸਕਦੇ ਹੋ ਜੇ ਚਲੋ ਸਰ ਅਸੀਂ ਤੁਹਾਡੇ ਪਰਮਿਸ਼ਨ ਮੰਗ ਲਈ ਅੱਜ ਹੁਣ ਔਨ ਰਿਕਾਰਡ ਵੀ ਮੰਗ ਰਹੇ ਹਾਂ ਕੱਲ ਨੂੰ ਕਰਵਾ ਜਾਂ ਮੈਨੂੰ ਰਿਟਰਨ ਚ ਦਿਓ ਚਲੋ ਹੁਣ ਤੁਸੀਂ ਇਹਨਾਂ ਦੇ ਨਾਮ ਉਹਨੂੰ ਦੇ ਸਰਜੀਤ ਨੂੰ ਸਾਡੇ ਸਾਰੇ ਫਰੰਟ ਪਲਸ ਨਹੀਂ ਲਿਖਦੇ ਅਸੀਂ ਆਪ ਹੀ ਲਿਖ ਕੇ ਦੇ ਦਿੰਦੇ ਸਾਰਿਆਂ ਦੇ ਲਿਖ ਦੇ ਆ ਜਾ ਡਰ ਕਿਤੇ ਚਲੋ ਯਾਰ ਕਰ ਲਓ ਬਾਕੀ ਕਰੋ ਯਾਰ ਲਿਖ ਲਓ ਯਾਰ ਜਿਹੜੀ ਕਰ ਥੱਲੇ ਰੱਖੀਓ ਕੋਈ ਡਰੀ ਅਸੀਂ ਆਪ ਹੀ ਲਿਖ ਕੇ ਦੇ ਦਿੰਦੇ ਲਿਆਓ ਜੀ ਲਿਖ ਦਿੰਦੇ ਸਾਰਿਆਂ ਨੂੰ ਲਿਖ ਮੈਂ ਲਿਖ ਲੈਣਾ ਲਿਖੋ ਜੀ ਤੇ ਦਾਦੂ ਇਹਦਾ ਬੈਸਟ ਕਰ ਰਹੇ ਸੀਗੇ ਆਓ ਜੀ ਫਤਿਹ ਆਪਣਾ ਦਿਖਾਓ ਨਾ
ਤੁਰੋ ਬਾਕੀ ਸਾਰੇ ਚਲੋ ਯਾਰ ਤੁਹਾਨੂੰ ਇਸ ਚੀਜ਼ ਦਾ ਪਤਾ ਨਹੀਂ ਸਰ ਕੀ ਕਰੀਏ ਜੀ ਫਿਰ ਚਲੋ ਕੋਈ ਨਹੀਂ ਕੋਡ ਆਫ ਕੰਡਕਟ ਜੀ ਸਾਰੇ ਇਹਨਾਂ ਨੇ ਕਿਹਾ ਸੀ ਨਾ ਵੀ ਅਸੀਂ ਏਜੀ ਆਫਿਸ ਜਾ ਕੇ ਕਰਾਂਗੇ ਉਹਨਾਂ ਨੇ ਆਪ ਹੀ ਸਾਨੂੰ ਕਿਹਾ ਸਾਨੂੰ ਚਲੋ ਠੀਕ ਹੈ ਬੋਲੋ ਜੀ ਸਾਨੂੰ ਦੱਸਿਓ ਸਾਨੂੰ ਦੱਸਣ ਆ ਜਾਓ ਹਰਤੇਜ ਸਿੰਘ ਜੀ ਸਾਨੂੰ ਹਰਤੇਜ ਸਿੰਘ ਤਰੀਕਾ ਕਿਹੜਾ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਜਾਣ ਆਪੋ ਤੁਸੀਂ ਕਿਹਾ ਦੂਜਾ ਤਰੀਕਾ ਕਿਹਾ ਕਿ ਦੂਜਾ ਕੋਈ ਗੱਲ ਨਹੀਂ ਦੂਜਾ ਤਰੀਕਾ ਕਿਹੜਾ ਹੁੰਦੇਗਾ ਜਾਓ ਜੀ ਜਾ ਤੁਸੀਂ ਆਪਣਾ ਸਰਜੀ ਆਪਣਾ ਪ੍ਰਗਟ ਸਿੰਘ ਕੋਲ ਚਲੇ ਜਾਂਦੇ ਆ ਹਲਕੇ ਚਲੇ ਜਾਂਦੇ ਦੂਜਾ ਤਰੀਕਾ ਸਰ ਦੱਸ ਦੂਗਾ ਤੁਸੀਂ ਕਿਹੜਾ ਕੋਡ ਆਫ ਕੰਡਕਟ ਝੂਠ ਬੋਲ ਰਹੇ ਆ ਕੋਡ ਆਫ ਕੰਡਕਟ ਝੂਠ ਬੋਲ ਰਹੇ ਆ ਕਿ 45 ਦਿਨਾਂ ਚ ਅਸੀਂ ਭਰਤੀ ਕਰਤੀ ਆ ਤਾਂ ਕੋਡ ਆਫ ਕੰਡਕਟ ਉਹਨਾਂ ਦੇ ਉੱਪਰ ਐਕਸ਼ਨ ਆਉਣਾ ਚਾਹੀਦਾ ਐਕਸ਼ਨ ਲਵੇ ਜੀ ਕੋਈ ਮਸਲਾ ਆ ਅਸੀਂ ਚਲੋ ਗਲਤ ਹੋ ਸਕਦੇ ਆ ਤੁਸੀਂ ਉਹਨਾਂ ਦੀ ਕੰਪਲੇਂਟ ਤੇ ਸਾਨੂੰ ਕੀ ਕਰ ਸਕਦੇ ਅਸੀਂ ਤਾਂ ਨਹੀਂ, ਪ੍ਰਸ਼ਾਸਨ ਤੋਂ ਵੇਖੋ ਨਹੀਂ ਪ੍ਰਸ਼ਾਸਨ ਅਸੀਂ ਤੁਹਾਡੇ ਕੋਲ ਹੀ ਰਿਕੁਐਸਟ ਕਰ ਰਹੇ ਹਾਂ ਨਾ ਜੀ ਸਾਡੇ ਕੋਲ ਹੀ ਰਿਕੁਐਸਟ ਕਰਾਂਗੇ ਐਡਮਿਨਿਸਟ੍ਰੇਸ਼ਨ ਕੋਲ ਚਲੇ ਜਾਓ ਉਹਨਾਂ ਨੂੰ ਜਾ ਕੇ ਦੱਸੋ ਸਾਰੀ ਨਹੀਂ ਸਰ ਜੇ ਹੁਣ ਗਲਤ ਪ੍ਰਚਾਰ ਕਰ ਰਹੇ ਆ ਅਸੀਂ ਤੁਹਾਡੇ ਕੋਲੇ ਉਹਨਾਂ ਦੀ ਤੁਹਾਡੇ ਕੋਲੇ ਸ਼ਿਕਾਇਤ ਲਗਾ ਰਹੇ ਹਾਂ ਕੋਈ ਹੈਗਾ ਤੁਸੀਂ ਇੰਟੀਮੇਸ਼ਨ ਦਿਓ ਕਿਸੇ ਨੂੰ ਸਰ ਹੁਣ ਲੋਕਾਂ ਦਾ ਪੈਸਾ ਜੀ ਉਹ ਲੋਕਾਂ ਦਾ ਟੈਕਸ 'ਚ ਪੈਸਾ ਇਕੱਠਿਆ ਕੀਤਾ ਉਹ ਗਲਤ ਉਹ ਪ੍ਰਚਾਰ ਕਰ ਰਹੇ ਆ ਉਸ ਪੈਸੇ ਨਾਲ ਜੀ ਤੁਹਾਨੂੰ ਦੱਸ ਦਿੰਦੇ ਕਰ ਦਾਂਗੇ ਹੁਣ ਜਿਹੜੇ ਟੀਚਰ ਟੈਸਟ ਕਰਨ ਆਏ ਸੀ ਉਹਨਾਂ ਕੀ ਐਕਸ਼ਨ ਆਇਆ ਠੀਕ ਹੈ ਲੈ ਉਹ ਸਾਰੇ ਹਾਂਜੀ ਹਾਂਜੀ ਕਹਿਣੇ ਉਹਨਾਂ ਠੀਕ ਹੈ ਬੁਲਾਓ ਨਾ ਬੁਲਾਉਣੇ ਆ ਜੀ ਬੁਲਾਉਣੇ ਠੀਕ ਹੈ ਜੀ ਅਸੀਂ ਉਹਨਾਂ ਨੂੰ 2 ਮਿੰਟ ਕਹਿ ਦਿੰਦੇ ਅਸੀਂ 2 ਮਿੰਟ ਸਰ ਗੱਲ ਤਾਂ ਕਰ ਲਗੇ ਨਾ ਅਸੀਂ ਉਹਨਾਂ ਨੂੰ ਦੱਸਤਾ ਜੀ ਕੀ ਗੱਲ ਹੋਈ ਅਸੀਂ ਚੱਲੇ ਜੀ ਹਾਂਜੀ ਮੈਂ ਚੱਲਦਾ ਮਾਤਾ ਆਪਾਂ ਕਿਸੇ ਦੇਸ਼ਪਾਲ ਦੀ ਯਾਦ ਕਰ ਇੱਕ ਵਾਰ ਦੇ ਭਗਜਾਰ ਦਾ ਹਾਲ 'ਚ ਬਹਿ ਕੇ ਮੀਟਿੰਗ ਉੱਥੋਂ ਫਿਰ ਆਪਾਂ ਫਿਰ ਆਪਾਂ